ਇੱਕ ਬੱਚੇ ਤੋਂ ਤੁਸੀਂ ਆਪਣਾ ਖਿਡੌਣਾ ਦੂਸਰਾ ਖੋਹਣ ਲੱਗ ਜਾ ਤਾਂ ਦੂਸਰੇ ਬੱਚੇ ਨੂੰ ਗੁੱਸਾ ਤਾਂ ਆਏਗਾ ਜਿਹਦਾ ਖਿਡੌਣਾ ਤੇ ਇਸ ਕਰਕੇ ਅਗਲੇ ਨੂੰ ਤਾਂ ਗੁੱਸਾ ਆਉਣਾ ਹੀ ਸੀ ਨਾ ਕਿ ਤੂੰ ਮੈਂ ਤੁਹਾਨੂੰ ਕਹਾਂ ਵੀ ਤੂੰ ਮੈਨੂੰ ਮੁਹੱਬਤ ਕਰ ਤੇ ਇੱਦਾਂ ਹੋ ਸਕਦਾ ਨਹੀਂ ਹੁੰਦਾ ਨਾ ਇਹ ਰੋਗ ਆਪੇ ਹੀ ਲੱਗ ਜਾਂਦਾ। ਤੇ ਇਸ ਚੀਜ਼ ਦਾ ਤੁਹਾਡੇ ਹਸਬੰਡ ਤੇ ਕੋਈ ਪ੍ਰਭਾਵ ਪਿਆ ਕਿਉਂ ਨਹੀਂ ਪਿਆ। ਉਹਨੇ ਅਪਲਾਈ ਕੀਤਾ ਵਿਦਿਨ 2 ਮੰਥ ਮੈਨੂੰ ਗ੍ਰੀਨ ਕਾਰਡ ਮਿਲ ਗਿਆ। ਉਹਨਾਂ ਨੂੰ ਮਿਲਿਆ ਨਹੀਂ 5 ਸਾਲ 'ਚ ਮੇਰੇ ਹਸਬੈਂਡ ਨੂੰ। ਅੱਛਾ ਜੀ। ਵਿਚਾਰੇ 5 ਸਾਲ ਐਫਰਟ ਕਰਦੇ ਰਹੇ। ਇਸ ਵੇਲੇ ਮੇਰੇ 2 ਬ੍ਰਦਰ ਉੱਥੇ ਰਹਿੰਦੇ ਨੇ ਤੇ ਮੇਰੇ ਬੱਚੇ ਰਹਿੰਦੇ ਨੇ ਤੇ ਮੇਰੇ ਬ੍ਰਦਰ ਦੀ ਫੈਮਲੀਆਂ ਰਹਿੰਦੀਆਂ। ਇਹ ਸਾਰੇ ਗਏ ਮੇਰੇ ਥਰੂ ਹੀ ਨੇ ਵੈਸੇ। ਸਭ ਤੋਂ ਪਹਿਲਾਂ ਮੈਂ ਹੀ ਗਈ ਹਾਂ। ਅਸੀਂ ਇੱਦਾਂ ਇੱਕ ਬਿਲਡਿੰਗ ਦੇ ਅੰਦਰ ਵੜ ਗਏ ਦੋਨੋਂ ਜਣੇ। ਉੱਥੇ ਲਿਖਿਆ ਸੀ $60 ਪਰ ਆਵਰ। ਅਸੀਂ ਕਿਹਾ ਬੁਲੰਦ ਇੱਥੇ ਤਾਂ ਬੜੇ ਅੱਛੇ ਪੈਸੇ ਨੇ। ਉਹ ਕਹਿੰਦਾ ਭੈਣ ਜੀ ਇੱਥੇ ਤਾਂ ਬੜੇ ਅੱਛੇ ਪੈਸੇ ਨੇ, ਚਲੋ ਦੇਖੀਏ ਕੀ ਜੋਬ ਹੈਗੀ। ਮੈਂ ਤਾਂ ਵੀ ਕੰਬ ਗਈ। ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਚਾਹੀਦੀ ਇਹ ਜੋਬ। ਉਹ ਬਾਹਰ ਆਇਆ ਕਹਿੰਦਾ ਭੈਣ ਜੀ ਬਾਹਰ ਆ ਜਾਓ, ਆਪਾਂ ਉਹਨਾਂ ਨੂੰ ਕਹਿੰਦੇ ਹੁਣੇ ਦੇਖਦੇ ਹਾਂ ਹੁਣੇ। ਤਾਂ ਬਸ ਬਾਹਰ ਗਏ, ਮੁੜ ਕੇ ਅੰਦਰ ਬੜੇ ਹੀ ਨੇ ਆ ਗਏ ਦੋਨੋਂ ਜਣੇ। ਲੇਕਿਨ ਮੈਂ ਆਪਣੇ ਆਪ ਨੂੰ ਜਦੋਂ ਰੱਖਦੀ ਹਾਂ ਤਾਂ ਮੈਂ ਸਮਝਦੀ ਹਾਂ ਮੈਂ ਇਸ ਆਪਣੀ ਸਾਰੀ ਜ਼ਿੰਦਗੀ 'ਚ ਆਪਣੇ ਗੋਲਡਨ ਡੇਜ਼ ਅੱਜ ਬਤੀਤ ਕਰ ਰਹੀ ਹਾਂ। ਅਸੀਂ ਨਿਰਾਸ਼ ਜਿਹੇ ਬੈਠੇ ਸੀ ਤਾਂ ਉਹਨਾਂ ਨੂੰ ਦੱਸਿਆ ਵੀਜ਼ਾ ਨਹੀਂ ਲੱਗਿਆ। ਸਰਦਾਰ ਜੀ ਦਾ ਬੜਾ ਮੇਰੇ ਬੇਟੇ ਨੂੰ ਵੀ ਦੁੱਖ ਹੋਇਆ, ਮੇਰੇ ਹਸਬੈਂਡ ਨੂੰ ਵੀ ਦੁੱਖ ਹੋਇਆ, ਮੈਨੂੰ ਵੀ ਦੁੱਖ ਹੋਇਆ। ਅਤੇ ਉਹਨਾਂ ਨੇ ਪਹਿਲੀ ਵਾਰ ਬਾਹਰ ਜਾਣਾ ਸੀਗਾ। ਮੈਂ ਉਸ ਤੋਂ ਬਾਅਦ ਪਹਿਲਾਂ ਬਹੁਤ ਚੱਕਰ ਲਾ ਚੁੱਕੀ ਸੀ ਅਤੇ ਉਹਨੇ ਕਿਹਾ ਕਿਉਂ ਨਹੀਂ ਲੱਗਿਆ। ਮੈਂ ਕਿਹਾ ਜੀ ਮੇਰਾ 5 ਸਾਲ ਦਾ ਲਾਤਾ ਉਹਨੂੰ, ਇਹਨਾਂ ਦਾ ਲਾਇਆ ਨਹੀਂ। ਕਹਿੰਦੇ ਮੇਰੇ ਨਾਲ ਚੱਲੋ ਕੱਲ੍ਹ ਅੰਬੈਸੀ। ਮੈਂ ਦੇਖਦਾ ਕਿਉਂ ਨਹੀਂ ਲਾਇਆ ਉਹਨੇ। ਉਹ ਸਾਨੂੰ ਦੂਜੇ ਦਿਨ ਅੰਬੈਸੀ ਲੈ ਗਿਆ ਮੈਨੂੰ ਕਿ ਐਪਲੀਕੇਸ਼ਨ ਲਿਖੋ ਕਿ ਹੀ ਇਜ਼ ਮਾਈ ਹਸਬੈਂਡ ਸੱਚ ਐਂਡ ਸੱਚ, ਹੀ ਵਿਲ ਕਮ ਬੈਕ ਵਿਦ ਮੀ, ਆਈ ਐਮ ਰਿਸਪੋਂਸੀਬਲ ਫਾਰ ਦੈਟ। ਉਹਨੇ ਐਪਲੀਕੇਸ਼ਨ ਲਿਖਾ ਕੇ ਉੱਥੇ ਅੰਬੈਸੀ 'ਚ ਦਵਾਤੀ ਅਮਰੀਕਾ। ਅਤੇ ਵੀ ਸਾਨੂੰ ਕੱਲ੍ਹ ਨੂੰ ਫਿਰ ਕਾਲ ਕਰੋ ਤੁਸੀਂ। ਫਿਰ ਉਸੇ ਬੰਦੇ ਨੇ ਐਕਚੁਅਲੀ ਤਾਂ ਅੰਦਰ ਵੀ ਜਿਹੜਾ ਸੀ ਉਹ ਵੀ ਬੰਦਾ ਜਾਂਦਾ, ਉਹ ਵੀ ਸਤਸੰਗੀ ਸੀਗਾ। ਅੰਦਰ ਸੀ ਜਿਹੜਾ ਉਹ ਵੀ ਸਤਸੰਗੀ ਸੀਗਾ ਅਤੇ ਜਿਹੜਾ ਬੰਦਾ ਮੈਨੂੰ ਲੈ ਕੇ ਗਿਆ ਉਹ ਵੀ ਸਤਸੰਗੀ ਸੀ। ਅਤੇ ਉਹਨੇ ਇੱਕ ਦਿਨ ਪਹਿਲਾਂ ਮੇਰੇ ਹਸਬੈਂਡ ਨੂੰ ਇੰਟਰਵਿਊ ਕੀਤਾ ਸੀ ਪੰਜਾਬੀ 'ਚ। ਅਤੇ ਪੰਜਾਬੀ 'ਚ ਜਦੋਂ ਇੰਟਰਵਿਊ ਕਰ ਰਿਹਾ ਨਾਲ ਅੰਗਰੇਜ਼ ਬੈਠਾ ਹੁੰਦਾ, ਉਹ ਉਹਨੂੰ ਟਰਾਂਸਲੇਟ ਕਰਕੇ ਦੱਸ ਰਿਹਾ ਹੁੰਦਾ। ਅਤੇ ਉਹਨੇ ਕਿਹਾ ਵੀ ਇਹ ਉਹ ਬੰਦਾ ਸੋਚਣ ਲੱਗੇ ਵੀ ਕੱਲ੍ਹ ਅਸੀਂ ਇਹਨੂੰ ਰਿਜੈਕਟ ਕੀਤਾ, ਅੱਜ ਕਿੱਦਾਂ ਸਿਲੈਕਟ ਕਰ ਲਈਏ। ਲੇਕਿਨ ਜਿਵੇਂ ਵੀ ਹੋਇਆ ਜੀ ਉਸਨੇ ਯੈਸ ਕਰਵਾ ਦਿੱਤੀ। ਦੂਜੇ ਦਿਨ ਫਿਰ ਉਹਨੇ ਇੰਟਰਵਿਊ ਕੀਤਾ, ਫਿਰ ਇਹਨਾਂ ਦਾ ਵੀਜ਼ਾ ਲੱਗ ਗਿਆ। ਫਿਰ 10 ਸਾਲ ਦਾ ਉਹਨਾਂ ਦਾ 5 ਸਾਲ ਦਾ ਲੱਗਦਾ ਸੀ, ਜਦੋਂ 10 ਸਾਲ ਦਾ ਨਹੀਂ ਲੱਗਦਾ ਸੀ, 5 ਸਾਲ ਦਾ ਮੇਰਾ ਲੱਗਿਆ। ਫਿਰ ਅਸੀਂ ਦੋਨੋਂ ਇਕੱਠੇ ਗਏ ਅਤੇ ਉਸ ਤੋਂ ਬਾਅਦ ਤਾਂ ਰੈਗੂਲਰ ਹੀ ਸੀ, ਸਾਰਾ ਟੱਬਰ ਉੱਥੇ ਹੀ ਚੱਲਿਆ। ਮੇਰਾ ਬੇਟਾ ਤਾਂ ਪਹਿਲਾਂ ਹੀ 84 'ਚ ਚਲਾ ਗਿਆ ਸੀ। ਫਿਰ ਤੁਸੀਂ ਉੱਥੇ ਜਾ ਕੇ ਦੁਬਾਰਾ ਫਿਰ ਪੜ੍ਹਾਈ ਸ਼ੁਰੂ ਕੀਤੀ, ਨਰਸਿੰਗ ਕਰਨੀ ਸਟਾਰਟ ਕੀਤੀ। ਇਹ ਕਿਉਂ? ਕਿਉਂਕਿ ਉਮਰ ਵੀ ਬਹੁਤ ਸੀ। 96 'ਚ ਮੇਰੇ ਹਸਬੈਂਡ ਐਕਸਪਾਇਰ ਹੋ ਗਏ ਉੱਥੇ, ਜਦੋਂ ਹਜੇ ਮੈਂ ਰਿਟਾਇਰ ਨਹੀਂ ਸੀ ਹੋਈ। ਮੈਂ ਹਜੇ ਇੱਥੇ ਹੀ ਸੀ ਦਿੱਲੀ। ਅਤੇ ਬੜਾ ਮੇਰੇ ਲਈ ਬਹੁਤ ਸ਼ੌਕ ਸੀਗਾ ਇਹ। ਅਤੇ ਉਹ ਜਦੋਂ ਅਸੀਂ ਉੱਥੇ ਗਏ, ਉੱਥੇ ਇਹ ਰਿਵਾਜ਼ ਨਹੀਂ ਹੈਗਾ ਕਿ ਜਦੋਂ ਵੀ ਕੋਈ ਐਕਸਪਾਇਰ ਹੋ ਜਾਏ ਤਾਂ ਆਪਾਂ ਉਹਨਾਂ ਦਾ ਫਿਨਰਲ ਕਰ ਲਈਏ। ਐਸਾ ਨਹੀਂ ਹੁੰਦਾ। ਵੇਟਿੰਗ ਕਿਉਂਕਿ ਉੱਥੇ ਦਬਾਉਂਦੇ ਨੇ, ਆਪਾਂ ਲੋਕ ਜਲਾਉਂਦੇ ਹਾਂ। ਉੱਥੇ ਭੱਠੀਆਂ ਬਣਾਈਆਂ ਹੋਈਆਂ ਜਿੱਦਾਂ ਬਿਸਕੁਟਾਂ ਦੀ, ਇੱਦਾਂ ਟਰਨ ਨਹੀਂ ਆਉਂਦੀ ਸਾਡੇ ਲੋਕਾਂ ਦੀ। 7-8 ਦਿਨ ਲੱਗ ਗਏ। ਮਤਲਬ 96 'ਚ ਉਹਨਾਂ ਦੀ ਡੈਥ ਹੋਈ ਅਤੇ 7 ਦਸੰਬਰ ਨੂੰ ਸਾਡੀ ਵਾਰੀ ਆਈ ਕਰਮੇਸ਼ਨ ਦੀ। ਫਿਰ ਉਸ ਤੋਂ ਬਾਅਦ ਜਦੋਂ ਮੇਰੀ ਬਚਿੰਤ ਕੌਰ ਦੇ ਨਾਲ ਵਿਡੋ ਲੱਗ ਗਿਆ ਨਾ, ਤਾਂ ਉਹ ਦੁੱਖ ਬੜਾ ਹੁੰਦਾ ਸੀ ਜਦ ਮੈਂ ਲਿਖਦੀ ਸੀ ਇਹ ਲੇਟ ਸਾਧੂ ਸਿੰਘ ਪਲਾਂਟ। ਬਹੁਤ ਪਰੇਸ਼ਾਨੀ ਹੁੰਦੀ ਸੀ ਮੈਨੂੰ ਆਪਣੇ। ਜਦ ਮੈਂ ਬੇਟੇ ਨੂੰ ਦੱਸਦੀ ਸੀ ਇਹ ਗੱਲ, ਮੈਂ ਕਿਹਾ ਮੈਂ ਇਹ ਬਹੁਤ ਦੁਖਦਾਈ ਗੱਲ। ਅਤੇ ਉਹਦੇ ਦਿਮਾਗ 'ਚ ਆ ਗਿਆ ਮੰਮੀ ਮੈਂ ਤੁਹਾਡਾ ਅਪਲਾਈ ਕਰਕੇ ਦੇਖਦਾ ਜੇ ਹੁਣੇ ਤੁਹਾਨੂੰ ਗ੍ਰੀਨ ਕਾਰਡ ਮਿਲ ਜਾਏ।
ਉਹਨੇ ਅਪਲਾਈ ਕੀਤਾ, ਵਿਦਿਨ 2 ਮੰਥ ਮੈਨੂੰ ਗ੍ਰੀਨ ਕਾਰਡ ਮਿਲ ਗਿਆ। ਉਹਨਾਂ ਨੂੰ ਮਿਲਿਆ ਨਹੀਂ 5 ਸਾਲ 'ਚ, ਮੇਰੇ ਹਸਬੈਂਡ ਨੂੰ। ਅੱਛਾ ਜੀ। ਵਿਚਾਰੇ 5 ਸਾਲ ਐਫਰਟ ਕਰਦੇ ਰਹੇ ਤੇ ਮੈਨੂੰ 2 ਮਹੀਨੇ 'ਚ ਮਿਲ ਗਿਆ। ਹੁਣ 2 ਮਹੀਨੇ 'ਚ ਮਿਲ ਗਿਆ, ਮੇਰੀ ਹਜੇ 4 ਸਾਲ ਦੀ ਨੌਕਰੀ ਰਹਿੰਦੀ ਸੀ। ਮੈਂ ਉਸ ਵੀਜ਼ੇ 'ਤੇ ਰਹਿ ਨਹੀਂ ਸਕਦੀ ਸੀ, ਮਤਲਬ ਮੈਂ ਅਮਰੀਕਾ ਰਹਿ ਨਹੀਂ ਸਕਦੀ ਸੀ। ਮੈਂ ਰਿਟਾਇਰ ਹੋ ਕੇ ਆਉਣਾ ਚਾਹੁੰਦੀ ਸੀ। ਫਿਰ ਮੈਂ ਉਹਨੂੰ ਰੋਕਿਆ 2 ਸਾਲ। ਫਿਰ ਉਸੇ ਸਤਸੰਗ ਨੂੰ ਕਿਹਾ ਕਿ ਇਹਦਾ ਮੇਰਾ ਗ੍ਰੀਨ ਕਾਰਡ ਰੋਕ ਲੈ, ਮੈਂ ਨਹੀਂ ਆ ਸਕਦੀ ਹਜੇ ਇੱਥੇ। ਉਹਨੇ ਵਿਚਾਰੇ ਉੱਥੇ ਦਿੱਲੀ ਅੰਬੈਸੀ 'ਚ ਰੋਕ ਲਿਆ ਉਹ ਮੇਰਾ ਗ੍ਰੀਨ ਕਾਰਡ, ਮੈਨੂੰ ਇਸ਼ੂ ਨਹੀਂ ਕੀਤਾ। ਹਾਂਜੀ ਫਿਰ ਜਦੋਂ ਮੈਂ ਰਿਟਾਇਰ ਹੋ ਗਈ ਤਦ ਮੈਂ ਉਹਨੂੰ ਕਿਹਾ ਵੀ ਹੁਣ ਤੂੰ ਇਸ਼ੂ ਕਰ ਦੇ। ਹਾਂਜੀ ਫਿਰ ਰਿਟਾਇਰ ਹੋ ਕੇ ਫਿਰ ਮੈਂ ਉੱਥੇ ਚਲੀ ਗਈ। ਫਿਰ ਮੈਂ ਉੱਥੇ ਕਾਫੀ ਦੇਰ ਫਜ਼ੂਲ ਦੀਆਂ ਨੌਕਰੀਆਂ ਕੀਤੀਆਂ। ਫਜ਼ੂਲ ਮੀਨਸ ਮਤਲਬ ਘਰ ਬੈਠ ਕੇ ਤੁਸੀਂ ਕੀ ਕਰੋਗੇ? ਰਿਟਾਇਰ ਵੀ ਹੋ ਗਈ, ਲਿਖ ਕਿੰਨਾ ਲਓਗੇ? ਸਿਮਰਨ ਕਿੰਨਾ ਕਰ ਲਓਗੇ? ਸਿਮ ਭਗਤੀ 'ਚ ਤਾਂ ਤੁਹਾਡਾ ਹਾਰਡਲੀ 2.5 ਤੁਸੀਂ ਬੜੀ ਮੁਸ਼ਕਿਲ ਨਾਲ ਬੈਠਦੇ ਹੋ, ਅਤੇ ਲਿਖਿਆ ਵੀ ਕਿੰਨੀ ਦੇਰ ਜਾਂਦਾ। ਅਤੇ ਉੱਥੇ ਦੇ ਘਰਾਂ 'ਚ ਜ਼ਿਆਦਾ ਕੰਮ ਤਾਂ ਹੁੰਦਾ ਨਹੀਂ, ਘਰੇਲੂ ਕੰਮ ਤਾਂ ਹੁੰਦਾ ਨਹੀਂ। ਕੱਪੜੇ ਮਸ਼ੀਨਾਂ ਨਾਲ ਧੋਣੇ, ਬਣਿਆ ਬਣਾਇਆ ਖਾਣਾ ਖਾਂਦੇ ਉਹ ਲੋਕ। ਅਤੇ ਫਿਰ ਮੈਂ ਉਹਨੂੰ ਆਪਣੀ ਨੂੰ ਕਿਹਾ ਵੀ ਮੈਨੂੰ ਕੋਈ ਤੂੰ ਜੋਬ ਦਵਾ ਦੇ ਵੀ। ਉਹਨੇ ਪਹਿਲਾਂ ਮੈਨੂੰ ਇੱਕ ਬੇਬੀ ਸਿਟਰ ਦੀ ਜੋਬ ਦਵਾਤੀ। ਸਵੇਰੇ ਸਵੇਰੇ 5 ਵਜੇ ਮੈਂ ਜਾਣਾ ਹੁੰਦਾ ਸੀ ਵਾਕ ਕਰਕੇ, ਉਹ ਬੱਚੇ ਨੂੰ ਦੇਖਣਾ ਹੁੰਦਾ ਸੀ। ਉਹਦਾ ਫਾਦਰ ਬਾਅਦ 'ਚ ਜਾਂਦਾ ਸੀ, ਮਦਰ ਆਉਂਦੀ ਸੀ ਤਾਂ ਮੈਂ ਘਰ ਆਉਂਦੀ ਸੀ। ਉਹ ਕੀਤੀ ਪਹਿਲਾਂ ਉਹ ਜੋਬ। ਉਸ ਤੋਂ ਬਾਅਦ ਇੰਟਰਪ੍ਰੇਟਰ ਦੀ ਮੈਂ ਕੀਤੀ। ਇੰਟਰਪ੍ਰੇਟਰ 'ਚ ਉਰਦੂ, ਹਿੰਦੀ, ਪੰਜਾਬੀ ਤਿੰਨਾਂ ਵਾਸਤੇ ਇੱਕੋ ਹੀ ਬੰਦਾ ਕੰਮ ਸਾਰ ਲੈਂਦਾ। ਆਪਾਂ ਨੂੰ ਆਉਂਦੀ ਹੁੰਦੀ ਹੈ ਸਾਰਿਆਂ ਨੂੰ, ਹਿੰਦੀ ਵੀ ਆਉਂਦੀ, ਉਰਦੂ ਵੀ ਆਉਂਦੀ। ਉਹ ਪਰ ਜੋਬ ਬਹੁਤ ਮੁਸ਼ਕਿਲ ਇਹ ਸੀ ਕਿ ਇੰਟਰਪ੍ਰੇਟਰ ਇਹਨਾਂ ਨੂੰ ਹੌਸਪੀਟਲ 'ਚ ਔਰ ਵਕੀਲਾਂ ਨੂੰ ਚਾਹੀਦੇ ਹੁੰਦੇ, ਵੈਸੇ ਨਹੀਂ ਚਾਹੀਦੇ ਹੁੰਦੇ। ਜਦੋਂ ਕੋਈ ਮੁਕੱਦਮਾ ਲੜੇ, ਕੋਈ ਹਿੰਦੂ ਆਏ, ਮੁਸਲਮਾਨ ਆਵੇ, ਅਸੀਂ ਉਹਨਾਂ ਦੀ ਲੈਂਗੁਏਜ 'ਚ ਉਹਨਾਂ ਨੂੰ ਕਰਕੇ ਦੱਸਣਾ ਹੁੰਦਾ। ਹਾਂ, ਇੰਟਰਪ੍ਰੇਟਰ ਉਹਨਾਂ ਨੂੰ ਕਹਿੰਦੇ ਆਪਾਂ। ਉਹ ਜੋਬ ਕੀਤੀ, ਪਰ ਉਹਦੇ ਵਾਸਤੇ ਕਦੇ ਹੌਸਪੀਟਲ ਜਾਣਾ ਪੈਂਦਾ ਸੀ, ਕਦੇ ਕਚਹਿਰੀ ਜਾਣਾ ਪੈਂਦਾ ਸੀ। ਉਹ ਮੇਰੇ ਵਾਸਤੇ ਬੜਾ ਮੁਸ਼ਕਿਲ ਸੀ, ਪਰ ਉਹਦੇ 'ਚ ਪੈਸੇ ਅੱਛੇ ਮਿਲਦੇ ਸੀ, $60 ਪਰ ਆਵਰ। ਜਿਹੜਾ ਕੈਫੇਟੀਰੀਆ 'ਚ ਮੈਂ ਕਰਦੀ ਸੀ ਉਹਦੇ 'ਚ $10 ਪਰ ਆਵਰ ਮਿਲਦੇ ਸੀ। ਉਹ 3 ਘੰਟੇ ਦੀ ਜੋਬ ਸੀ, ਉਹ ਕੀਤੀ। ਫਿਰ ਇੰਟਰਪ੍ਰੇਟਰ ਦੀ ਕੀਤੀ, ਬੇਬੀ ਸਿਟਰ ਦੀ ਕੀਤੀ। ਉੱਥੇ ਅਸੀਂ ਐਕਟਿੰਗ ਦੀ ਵੀ ਇੱਕ ਜੋਬ ਕੀਤੀ। ਅੱਛਾ ਜੀ। ਐਕਟਿੰਗ ਦਾ ਇਸ ਤਰ੍ਹਾਂ ਉੱਥੇ ਕਿ ਛੋਟੇ ਛੋਟੇ ਸਟੂਡੀਓ ਖੁੱਲ੍ਹੇ ਹੋਏ ਨੇ ਉੱਥੇ, ਅੰਗਰੇਜ਼ਾਂ ਨੇ ਖੋਲ੍ਹੇ ਹੋਏ ਨੇ। ਸਪੈਨਿਸ਼ ਅੰਗਰੇਜ਼ ਤਾਂ ਨਹੀਂ ਹੈਗੇ ਉੱਥੇ, ਮਲਟੀ ਕਲਚਰ ਹੈ ਉੱਥੇ। ਸਪੈਨਿਸ਼ ਨੇ, ਆਇਰਿਸ਼ ਨੇ, ਅਤੇ ਉਹਨਾਂ ਨੇ ਆਪਣੇ ਆਪਣੇ ਸਟੂਡੀਓ ਖੋਲ੍ਹੇ ਹੋਏ ਛੋਟੇ ਛੋਟੇ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਉਹਨਾਂ ਨੂੰ ਏਸ਼ੀਅਨ ਲੋਕ ਚਾਹੀਦੇ ਹੁੰਦੇ ਨਾ, ਉਹ ਨਾਲ ਖਾਇਆ ਨੇ ਉੱਥੇ, ਜਿੱਦਾਂ ਇੰਪਲੋਇਮੈਂਟ ਐਕਸਚੇਂਜ। ਉੱਥੇ ਅਸੀਂ ਇੰਡੀਅਨ ਜਾ ਕੇ ਆਪਣਾ ਨਾਂ ਲਿਖਾ ਦਿੰਦੇ ਹਾਂ ਵੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ, ਅਤੇ ਉਹ ਲਿਖ ਲੈਂਦੇ, ਐਡਰੈਸ ਲੈਂਦੇ, ਫੋਨ। ਉੱਥੇ ਤਾਂ ਫੋਨ ਹੀ ਚੱਲਦਾ, ਵੈਸੇ ਲਿਖ ਲਿਖਾਈ ਘੱਟ ਹੀ ਚੱਲਦੀ। ਅਤੇ ਉਹਨਾਂ ਨੂੰ ਜਦੋਂ ਕਰਾਊਡ ਚਾਹੀਦੀ ਹੁੰਦੀ ਹੈ ਨਾ, ਵੀ ਕੋਈ ਮੇਲਾ ਲੱਗਿਆ ਜਾਂ ਕੁਛ ਚੱਲਿਆ, ਇੰਡੀਅਨ ਮੇਲਾ ਕੁਛ, ਉਹਦੇ 'ਚ ਕੁਛ ਖੜਾ ਹੀ ਹੋਣਾ ਹੁੰਦਾ, ਕੁਛ ਨਹੀਂ ਕਰਨਾ ਹੁੰਦਾ। ਅਤੇ ਉਹਦੇ $100 ਉਹ ਦਿੰਦੇ ਨੇ ਉੱਥੇ, ਇੱਕ ਦਿਨ ਦੇ। ਖਾਣਾ ਵੀ ਨਾਲ ਦਿੰਦੇ ਨੇ, ਤੁਸੀਂ ਆਪਣੀਆਂ ਕਿਤਾਬਾਂ ਲੈ ਜਾਓ, ਪੜ੍ਹਦੇ ਰਹੋ। ਜਦੋਂ ਉਹਨਾਂ ਨੇ ਇੱਕ ਸ਼ਾਟ ਲੈਣਾ ਹੁੰਦਾ ਉਹ। ਅਤੇ ਇਹ ਜੋਬ ਮੈਂ ਉੱਥੇ ਕੀਤੀ, ਉਹ ਇਸ ਕਰਕੇ ਕੀਤੀ ਬਿਕੋਜ਼ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਉਹ ਉੱਥੇ ਟੀਚਰ ਰਿਟਾਇਰ ਹੋਇਆ। ਇਸ ਵੇਲੇ ਮੇਰੇ 2 ਬ੍ਰਦਰ ਉੱਥੇ ਰਹਿੰਦੇ ਨੇ, ਅਤੇ ਮੇਰੇ ਬੱਚੇ ਰਹਿੰਦੇ ਨੇ, ਅਤੇ ਮੇਰੇ ਬ੍ਰਦਰ ਦੀ ਫੈਮਲੀਆਂ ਰਹਿੰਦੀਆਂ। ਇਹ ਸਾਰੇ ਗਏ ਮੇਰੇ ਥਰੂ ਹੀ ਨੇ ਵੈਸੇ। ਸਭ ਤੋਂ ਪਹਿਲਾਂ ਮੈਂ ਹੀ ਗਈ ਹਾਂ। ਮੈਂ ਹੀ ਇਹਨਾਂ ਵਾਸਤੇ, ਮੈਂ ਆਉਣੀ ਨਹੀਂ ਚਾਹੀਦੀ ਵੈਸੇ, ਮਤਲਬ। ਅਤੇ ਫਿਰ ਉਹ ਉੱਥੇ ਨਾ, ਜਿਸ ਤਰ੍ਹਾਂ ਹੁਣ ਇੱਥੇ ਕਾਲ ਸੈਂਟਰ ਖੁੱਲ੍ਹ ਗਏ ਨਾ, ਪਟਿਆਲੇ 'ਚ ਤਾਂ ਕਾਲ ਸੈਂਟਰ ਨਹੀਂ, ਦਿੱਲੀ 'ਚ ਹੈਗੇ ਕਾਲ ਸੈਂਟਰ। ਮਤਲਬ ਜਿਹੜੀਆਂ ਫੋਰਨ ਦੀਆਂ ਕਾਲਾਂ ਆਉਂਦੀਆਂ ਨਾ, ਉਹ ਇੰਡੀਅਨ ਲੋਕ ਕੰਮ ਕਰਦੇ, ਉਹ ਸਸਤੇ ਮਿਲ ਜਾਂਦੇ ਉਹਨਾਂ ਨੂੰ। ਉਹ ਇੱਥੇ ਹਾਇਰ ਕਰ ਲੈਂਦੇ ਇਹਨਾਂ ਨੂੰ, ਕਾਲ ਸੈਂਟਰ ਵਾਲਿਆਂ ਨੂੰ। ਅਤੇ ਉੱਥੇ ਇੱਕ ਬਾਜ਼ਾਰ, ਇੱਕ ਨੋਇਡਾ, ਇੱਥੇ ਇੱਕ ਕਾਲੋਨੀ ਹੈ ਨਾ ਦਿੱਲੀ 'ਚ, ਨੋਇਡਾ, ਉੱਥੇ ਇਹ ਕਾਲ ਸੈਂਟਰ ਹੈਗੇ। ਉਹਨਾਂ ਨੇ ਇਹ ਕਾਲ ਸੈਂਟਰ ਵਾਲੀ ਸਿਚੁਏਸ਼ਨ ਉੱਥੇ ਬਣਾਉਣੀ ਸੀ, USA 'ਚ, ਨੋਇਡਾ ਵਾਲੀ। ਉੱਥੇ ਕੀ ਸੀਗਾ ਕਿ ਪੰਜਾਬ ਵਰਗੀਆਂ ਸੜਕਾਂ, ਪੰਜਾਬ ਵਰਗੀ ਰੇਹੜੀਆਂ 'ਤੇ ਸਬਜ਼ੀ ਵੇਚਣੀ, ਕੁੱਤੇ ਫਿਰਨੇ ਵਿੱਚ, ਗਊਆਂ ਫਿਰਨੀਆਂ, ਉਹ ਸਾਰਾ ਸਿਚੁਏਸ਼ਨ ਬਣਾਉਣੀ ਸੀ ਉਹਨਾਂ ਨੇ।
ਹੁਣ ਉੱਥੇ ਕੁੱਤੇ ਮੱਝਾਂ ਤਾਂ ਸੜਕਾਂ 'ਤੇ ਨਹੀਂ ਫਿਰਦੇ ਹੈਗੇ, ਤੇ ਲੇਕਿਨ ਉਹ ਕੁੱਤੇ ਤਾਂ ਲੈ ਆਏ ਪਰ ਮੱਝਾਂ ਮੁੱਝਾਂ ਨਹੀਂ ਲਿਆਏ। ਤੇ ਇਦਾਂ ਹੀ ਉਹਨਾਂ ਨੇ ਰੇਹੜੀ ਲਾ ਕੇ ਦੇ ਦਿੱਤੀ ਆ ਇੱਥੇ ਵੀ, ਮੂਲੀਆਂ ਗਾਜਰਾਂ ਇੱਕ ਬ੍ਰਦਰ ਮੇਰਾ ਵੇਚ ਰਿਹਾ ਤੇ ਮੈਂ ਖਰੀਦ ਰਹੀ ਹਾਂ। ਹਾਂਜੀ। ਹੋਰ ਕੁਝ ਨਹੀਂ ਕਰਨਾ, ਇੱਕ ਥੈਲਾ ਹੈ ਤੇ ਉਹ ਮੈਂ ਖਰੀਦ ਰਹੀ ਹਾਂ, ਉਹ ਵੇਚ ਰਿਹਾ। ਅਸੀਂ ਦੋਨੋਂ ਭੈਣ ਭਰਾ ਇਹੋ ਜਿਹੀ ਐਕਟਿੰਗ ਕਰਕੇ ਨਾ ਉੱਥੋਂ 100 ਰੁਪਏ ਸ਼ਾਮ ਨੂੰ ਦੋਨੋਂ ਜਣੇ ਇੰਜੋਏ ਕਰਦੇ ਸੀਗੇ। ਆਪਣੀ ਰੋਟੀ ਉੱਥੋਂ ਹੀ ਮਿਲਦੀ ਹੈ ਸਾਰੀ, ਆਪਣੀਆਂ ਕਿਤਾਬਾਂ ਲੈ ਜਾਂਦੇ ਸੀ, ਉਹ ਵੀ ਪੜ੍ਹਦਾ ਸੀ, ਮੈਂ ਵੀ ਨਰਸਿੰਗ ਕਰ ਰਹੀ ਸੀ ਨਾਲ, ਆਪਣੀਆਂ ਕਿਤਾਬਾਂ ਲੈ ਜਾਂਦੀ ਸੀ। ਹਾਂਜੀ। ਇੱਦਾਂ ਉੱਥੇ ਮੈਂ ਐਕਟਿੰਗ ਵੀ ਕੀਤੀ। ਮਤਲਬ ਜੋ ਮਿਲ ਰਹੀ ਸੀ ਕਰ ਲੈਂਦੇ ਸੀ ਅਸੀਂ। ਅੱਛਾ, ਉਹ ਮੇਰਾ ਬ੍ਰਦਰ ਹੈ ਨਾ, ਉਹ ਬਹੁਤ ਐਜੂਕੇਟਡ ਹੈ ਜ਼ਿਆਦਾ ਮੇਰੇ ਕੋਲੋਂ। ਉਹਨੇ LLB ਕੀਤੀ ਹੋਈ ਹੈ, ਜ਼ਿਆਦਾ ਪੜ੍ਹਿਆ ਹੋਇਆ ਹੈ। ਵੈਸੇ ਵੀ ਉਹ ਸੈਕਟਰੀ ਸੀਗਾ ਰਿਟਾਇਰ ਹੋਣ ਤੋਂ ਪਹਿਲਾਂ। ਅਸੀਂ ਇੱਦਾਂ ਹੀ ਨਾ ਦੋਨੋਂ ਤੁਰ ਪੈਂਦੇ ਘਰੋਂ ਕਿ ਜਿੱਥੇ ਜ਼ਿਆਦਾ, ਉੱਥੇ ਕੀ ਹੈ ਨਾ, ਨੌਕਰੀਆਂ ਢੂੰਡਣੀਆਂ ਨਹੀਂ ਪੈਂਦੀਆਂ। ਹਰ ਜਗ੍ਹਾ ਲਿਖਿਆ ਹੁੰਦਾ ਵਾਂਟਡ ਮੀਨਸ ਤੁਹਾਨੂੰ ਬੰਦੇ ਦੀ ਲੋੜ ਹੈ। ਅੰਦਰ ਜਾਓ, ਪੁੱਛੋ ਵੀ ਤੁਹਾਨੂੰ ਕਿਹੜੀ ਨੌਕਰੀ, ਕਿਹੋ ਜਿਹਾ ਬੰਦਾ ਚਾਹੀਦਾ। ਅਸੀਂ ਇੱਦਾਂ ਇੱਕ ਬਿਲਡਿੰਗ ਦੇ ਅੰਦਰ ਵੜ ਗਏ ਦੋਨੋਂ ਜਣੇ। ਉੱਥੇ ਲਿਖਿਆ ਸੀ $60 ਪਰ ਆਵਰ। ਅੱਛਾ ਜੀ। ਅਸੀਂ ਕਿਹਾ ਬੋਲਾਂ ਤੇ ਇੱਥੇ ਤਾਂ ਬੜੇ ਅੱਛੇ ਪੈਸੇ ਨੇ। ਉਹ ਕਹਿੰਦਾ ਭੈਣ ਜੀ ਇੱਥੇ ਤਾਂ ਬੜੇ ਅੱਛੇ ਪੈਸੇ ਨੇ, ਚਲੋ ਦੇਖੀਏ ਕੀ ਜੋਬ ਹੈਗੀ। ਕਹਿੰਦੇ ਉਹ ਬੜੀ ਸੋਹਣੀ ਬਿਲਡਿੰਗ, ਬਾਹਰੋਂ ਵੀ ਅੰਦਰੋਂ ਵੀ ਫੁੱਲ ਲੱਗੇ ਹੋਏ। ਬਾਹਰੋਂ ਕੁਝ ਨਹੀਂ ਪਤਾ ਲੱਗਦਾ ਸੀ। ਅਸੀਂ ਅੰਦਰ ਗਏ, ਉਹਨੇ ਕਿਹਾ ਜੀ ਫਾਰਮ ਭਰੋ, ਤੁਹਾਨੂੰ ਕਾਹਦੇ ਵਾਸਤੇ ਚਾਹੀਦੇ। ਫਾਰਮ ਭਰਿਆ ਤੇ ਦੇਖਿਆ ਤਾਂ ਉਹ ਤਾਂ ਮੋਸਚਰੀ ਸੀ। ਅੱਛਾ ਜੀ। ਉੱਥੇ ਮਰੇ ਹੋਏ ਬੰਦੇ ਰੱਖੇ ਹੋਏ ਸੀ ਸਾਰੇ। ਉਹਨਾਂ ਨੂੰ ਸਵੇਰੇ ਉੱਠ ਕੇ ਉਹਨਾਂ ਦਾ ਸਪਰੇਅ ਕਰਨਾ ਸੀ, ਆਹ ਕਰਨਾ ਸੀ, ਉਹ ਕਰਨਾ ਸੀ। ਇੱਕ ਬੰਦਾ ਉਹਨੇ ਦਿਖਾਇਆ ਸਾਨੂੰ ਮੂੰਹ ਚੱਕ ਕੇ ਵੀ ਆਹ ਕਮਰਾ ਹੈ, ਇਹਦੇ ਵਿੱਚ 2 ਡੈੱਡ ਬੋਡੀ ਪਈਆਂ, ਇਹਨਾਂ ਨੂੰ ਤੁਸੀਂ ਸਪਰੇਅ ਕਰਨਾ ਸਵੇਰੇ ਉੱਠ ਕੇ, ਹੋਰ ਕੁਛ ਨਹੀਂ ਕਰਨਾ। ਮੈਂ ਤਾਂ ਵੀ ਕੰਬ ਗਈ, ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਚਾਹੀਦੀ ਹੈ ਜੋਬ। ਉਹ ਬਾਹਰ ਆਇਆ, ਕਹਿੰਦਾ ਭੈਣ ਜੀ ਬਾਹਰ ਆ ਜਾਓ, ਆਪਾਂ ਉਹਨਾਂ ਨੂੰ ਕਹਿੰਦੇ ਹੁਣੇ ਦੇਖਦੇ ਹਾਂ ਹੁਣੇ। ਬਸ ਬਾਹਰ ਗਏ, ਮੁੜ ਕੇ ਅੰਦਰ ਬੜੇ ਹੀ ਨਹੀਂ ਆਏ, ਦੋਨੋਂ ਜਿਹੇ ਆ ਗਏ। ਮਤਲਬ ਇਸ ਤਰ੍ਹਾਂ ਅਸੀਂ ਨਾ, ਮਤਲਬ ਜਿਹੜੀ ਵੀ ਨੌਕਰੀ ਸਾਡੇ ਸਾਹਮਣੇ ਹੁੰਦੀ ਸੀ ਅਸੀਂ ਟਰਾਈ ਕਰਦੇ ਸੀ ਜ਼ਰੂਰ ਜਾ ਕੇ, ਮੈਂ ਔਰ ਮੇਰਾ ਬ੍ਰਦਰ। ਤਾਂ ਇਸ ਤਰ੍ਹਾਂ ਜ਼ਿੰਦਗੀ ਲੰਘਦੀ ਗਈ। ਫਿਰ ਮੈਂ ਆਖਰ ਨਾਲ ਸੋਚਿਆ, ਆਪਣੇ ਮੂਹਰੇ ਨਾ ਕੁਐਸਚਨ ਮਾਰਕ ਲਗਾਇਆ ਵੀ ਮੈਂ ਕਿਉਂ ਕਰ ਰਹੀ ਹਾਂ ਇਹ। ਮੇਰੇ ਹਸਬੈਂਡ ਤਾਂ ਐਕਸਪਾਇਰ ਹੋ ਗਏ, ਬੱਚੇ ਵਿਆਹੇ ਹੋਏ ਨੇ, ਤੇ ਮੈਨੂੰ ਕੀ ਲੋੜ ਹੈ। ਫਿਰ ਮੈਂ ਸੋਚਿਆ ਵੀ ਮੈਂ ਨਹੀਂ ਕਰਨੀ ਕੋਈ ਜੋਬ ਇੱਥੇ, ਕਿਉਂਕਿ ਜੋਬ ਜਿਹੜੀ ਕਰਦੀ ਵੀ ਸੀ ਨਾ, ਉਹਦਾ ਮੈਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਸੀ। ਕਰਦੇ ਹੀ ਚੱਕਦੇ ਸੀ ਉਹਦਾ ਬੈਨੀਫਿਟ। ਅੱਛਾ ਜੀ। ਤੇ ਫਿਰ ਇਹੀ ਸੋਚਿਆ ਵੀ ਮੈਂ ਆਪਣੀ ਭਗਤੀ ਵਿੱਚ ਕਿਉਂ ਨਾ ਲੱਗਾ। ਮੇਰੇ ਮੂਹਰੇ ਇੱਕੋ ਹੀ ਫਿਰ ਆਇਆ ਕਿ ਮੈਂ ਆਪਣੇ ਪੜ੍ਹਨ ਲਿਖਣ ਅਤੇ ਆਪਣੀ ਸਿਮਰਨ 'ਚ ਕਿਉਂ ਨਾ ਲੱਗਾ, ਮੈਨੂੰ ਕੀ ਲੋੜ ਹੈ। ਫਿਰ ਮੇਰੇ ਦਿਮਾਗ 'ਚ ਇਹ ਆਇਆ ਕਿ ਆਈ ਸ਼ੁੱਡ ਗੋ ਬੈਕ ਇੰਡੀਆ। ਅਤੇ ਮੈਂ ਤਾਂ ਡਿਸਾਈਡ ਕੀਤਾ ਕਿ ਮੈਂ ਇੱਥੇ ਆ ਗਈ। ਫਿਰ ਇੱਥੇ ਮੈਂ ਜਦੋਂ ਆਈ ਤਾਂ ਇੱਥੇ ਨਾ ਸਾਡੇ ਸਤਸੰਗ 'ਚ ਹੈ ਇੱਕ ਕਾਨੂੰਨ ਕਿ ਅਸੀਂ ਕੋਈ ਐਡ ਨਹੀਂ ਕਰਦੇ, ਸਤਸੰਗ ਵਾਲੇ ਨਾ ਕੋਈ ਅਖਬਾਰਾਂ 'ਚ ਜਾਂ ਕਿਧਰੇ ਐਡ ਨਹੀਂ ਕਰਦੇ ਕਿਸੇ ਕੋਈ ਵੈਕੈਂਸੀ, ਚਾਹੇ ਡਾਕਟਰ ਹੋਣ ਚਾਹੇ ਕੁਛ ਹੋਣ। ਉਹ ਸਤਸੰਗ 'ਚ ਹੀ ਨਾ ਅਨਾਊਂਸਮੈਂਟ ਕਰਦੇ ਨੇ ਕਿ ਇੱਥੇ ਇੰਨੀਆਂ, ਇਸ ਹੌਸਪੀਟਲ 'ਚ ਇੰਨੀਆਂ ਵੈਕੈਂਸੀਆਂ ਨੇ, ਇਸ ਦੀਆਂ ਇਸ ਦੀਆਂ, ਜੇ ਕੋਈ ਤੁਸੀਂ ਸਤਸੰਗੀਆਂ ਵਿੱਚੋਂ ਹੀ ਤੁਸੀਂ ਅਪਲਾਈ ਕਰਨਾ ਚਾਹੋ ਤਾਂ ਕਰਨਾ। ਅਤੇ ਇਸ ਤਰੀਕੇ ਨਾਲ ਮੈਂ ਉੱਥੇ ਫਿਰ ਅਪਲਾਈ ਕੀਤਾ, ਕਿਉਂਕਿ ਉੱਥੇ ਮੈਂ ਨਰਸ ਦੀ ਜੋਬ ਕਰਦੀ ਆਈ ਸੀ ਨਾ। ਅਤੇ ਮੈਂ ਸਮਝਿਆ ਵੀ ਉੱਥੇ ਤਾਂ 90 ਸਾਲ ਤੱਕ ਅਸੀਂ ਜੋਬ ਕਰ ਸਕਦੇ ਹਾਂ। ਅੱਛਾ ਜੀ। ਅਤੇ ਇੱਥੇ ਮੈਂ 60 ਸਾਲ ਦੀ ਤਾਂ ਪਹਿਲਾਂ ਹੀ ਹੋ ਗਈ ਸੀ ਮੈਂ ਰਿਟਾਇਰ ਹੋਣ ਵੇਲੇ। ਅਤੇ ਜਦ ਇੱਥੇ ਆਈ ਮੈਂ 62 ਸਾਲ ਦੀ ਹੋ ਗਈ ਸੀ। ਅਤੇ ਮੈਂ ਜਦ ਅਪਲਾਈ ਕੀਤਾ ਤਾਂ ਉਹ ਕਹਿੰਦੇ ਜੀ ਅਸੀਂ ਤਾਂ 58 ਦਿਨ ਨੂੰ ਰਿਟਾਇਰ ਕਰ ਦਿੰਦੇ ਹਾਂ, ਤੁਸੀਂ ਕਿੱਦਾਂ ਇਹ ਭਰ ਦਿੱਤੀ ਵੈਕੈਂਸੀ ਨਰਸ ਦੀ। ਮੈਂ ਕਿਹਾ ਜੀ ਉੱਥੇ ਤਾਂ ਅਸੀਂ ਰਿਟਾਇਰ ਨਹੀਂ ਹੁੰਦੇ 90 ਸਾਲ ਤੱਕ। ਪਰ ਮੈਨੂੰ ਨਹੀਂ ਪਤਾ, ਆਪਾਂ ਇੱਥੇ 58, ਹਾਲਾਂਕਿ ਮੈਨੂੰ ਪਤਾ ਸੀ ਮੈਂ ਵੀ 60 ਦੀ ਰਿਟਾਇਰ ਹੋ ਕੇ ਗਈ ਸੀ, ਕਿਉਂਕਿ ਇਹ ਤਾਂ ਇੰਸਟੀਚਿਊਟ ਵੈਸੇ ਸੀ ਨਾ, ਕੋਈ ਗੌਰਮੈਂਟ ਦਾ ਨਹੀਂ ਸੀ ਨਾ। ਰਾਜ ਸਵਾਮੀ ਸਤਸੰਗ ਹਸਪਤਾਲ ਇਹਨਾਂ ਦਾ ਸੀਗਾ। ਅਤੇ ਉਹਨਾਂ ਨੇ ਕਿਹਾ ਭੈਣ ਜੀ ਵੀ ਆਰ ਸੌਰੀ, ਅਸੀਂ ਨਹੀਂ ਤੁਹਾਨੂੰ ਰੱਖ ਸਕਦੇ, ਤੁਹਾਡੀ ਏਜ ਵੱਡੀ ਹੈ। ਫਿਰ ਪਤਾ ਨਹੀਂ ਉਹਨਾਂ ਨੇ ਮਤਲਬ ਸਭ ਤੋਂ ਪਹਿਲਾਂ ਮੇਰੀ ਇੰਟਰਵਿਊ ਲੈ ਕੇ ਮੈਨੂੰ ਰਿਜੈਕਟ ਕਰਕੇ ਬਾਹਰ ਭੇਜਤਾ। ਫਿਰ ਉਹ ਕਹਿੰਦੇ ਅੱਛਾ ਬਾਹਰ ਬੈਠ ਜਾਓ, ਫਿਰ ਦੇਖਦੇ ਹਾਂ। ਫਿਰ ਜਦ ਸਾਰਿਆਂ ਦੀ ਇੰਟਰਵਿਊ ਖਤਮ ਹੋ ਗਈ ਨਾ, ਫਿਰ ਮੈਨੂੰ ਬੁਲਾ ਲਿਆ।
ਫਿਰ ਨਾ ਮੈਂ ਐਥਲੀਟ ਸੀਗੀ, ਐਥਲੀਟ ਵੀ ਸੀ, ਰਾਈਟਰ ਨੇ ਮੈਂ ਲਿਖਿਆ ਸੀ ਕਿ ਮੈਂ ਰਾਈਟਰ ਹਾਂ। ਅਤੇ ਉਹਨਾਂ ਨੇ ਕਿਹਾ ਤੁਸੀਂ ਐਥਲੀਟ ਹੋ ਤਾਂ ਅਸੀਂ ਨਾ ਤੁਹਾਨੂੰ ਨਾ ਹੋਸਟਲ ਵਾਰਡਨ ਰੱਖ ਲੈਂਦੇ ਹਾਂ, ਸਾਨੂੰ ਨਾ ਐਲਡਰ ਲੇਡੀ ਚਾਹੀਦੀ ਹੈ ਨਰਸਾਂ ਨੂੰ ਦੇਖਣ ਵਾਸਤੇ, ਸਾਡਾ ਹੋਸਟਲ ਹੈ, ਜੇ ਤੁਸੀਂ ਉਹ ਚਾਹੋ ਤਾਂ ਅਸੀਂ ਤੁਹਾਨੂੰ ਉਹ ਸੇਵਾ ਦੇ ਸਕਦੇ ਹਾਂ। ਮੈਂ ਕਿਹਾ ਜੀ ਮੈਂ ਤਾਂ ਬੜੀ ਖੁਸ਼ੀ ਨਾਲ ਕਰਾਂਗੀ ਸੇਵਾ। ਫਿਰ ਮੈਂ ਇਸ ਤਰੀਕੇ ਨਾਲ ਮੈਂ ਇੱਥੇ ਆ ਗਈ, ਅੱਛਾ ਜੀ। ਇੱਥੇ ਜੁਆਇਨ ਕਰ ਲਿਆ। ਫਿਰ ਤੁਸੀਂ ਐਂ ਕਿਉਂ ਸੋਚਿਆ ਵੀ ਮੈਂ ਬਿਆਸ ਡੇਰੇ 'ਚ ਰਵਾਂ, ਹੈ ਨਾ, ਜਦ ਕਿ ਤੁਸੀਂ ਚੰਗਾ ਕਮਾਉਂਦੇ ਹੋ ਅਤੇ ਤੁਸੀਂ ਨਹੀਂ, ਡੇਰੇ 'ਚ ਰਹਿਣ ਦਾ ਮਤਲਬ ਸੀ ਮੈਂ 66 'ਚ ਨਾਮਦਾਨ ਲਿਆ ਸੀ, ਮੈਂ ਜੁੜ ਗਈ ਸੀ ਇਹਦੇ ਨਾਲ, ਡੇਰੇ ਨਾਲ 66 'ਚ। ਉੱਥੇ ਹੀ ਮੈਂ ਸੇਵਾ, ਦਿੱਲੀ 'ਚ ਵੀ ਮੈਂ 20 ਸਾਲ ਸਿਕਿਉਰਿਟੀ ਦੀ ਸੇਵਾ ਕੀਤੀ, ਦਫ਼ਤਰੋਂ ਆ ਕੇ ਸੇਵਾ ਕਰਦੀ ਸੀ। ਹਾਂਜੀ, ਸੇਵਾ 'ਚ ਲੱਗੀ ਹੋਈ ਸੀ ਮੈਂ ਪਹਿਲੇ। ਪਰ ਇਹ ਨਹੀਂ ਸੋਚਿਆ ਵੀ ਮੈਂ ਆਪਣਾ ਕੋਈ ਘਰ ਲੈ ਕੇ ਇੱਦਾਂ ਰਵਾਂ, ਘਰ ਤਾਂ ਕਿਉਂਕਿ ਮੇਰੇ ਕੋਲ ਆਪਣਾ ਹੈਗਾ ਹੀ ਸੀ ਦਿੱਲੀ 'ਚ, ਹਾਂਜੀ ਪਰ ਇਕੱਲਾ ਕਿਵੇਂ ਰਹਿ ਸਕਦਾ ਬੰਦਾ। ਘਰ ਤਾਂ ਮੇਰੇ ਕੋਲ ਆਪਣਾ ਫਲੈਟ ਸੀਗਾ ਮੇਰੇ ਕੋਲ ਆਪਣਾ, ਹੁਣ ਮੈਂ ਸੇਲ ਕੀਤਾ ਉਹ। ਹਾਂਜੀ, ਹੁਣ ਜਦੋਂ ਡੇਰੇ 'ਚ ਮੈਨੂੰ ਘਰ ਮਿਲਿਆ ਤਾਂ ਮੈਂ ਸੇਲ ਕੀਤਾ ਉਹ। ਅੱਛਾ ਜੀ। ਤੁਹਾਨੂੰ ਦਲੀਪ ਕੌਰ ਟਿਵਾਣਾ ਬਹੁਤ ਪਸੰਦ ਸੀਗੇ? ਬਹੁਤ ਜ਼ਿਆਦਾ। ਮੈਨੂੰ ਅੰਮ੍ਰਿਤਾ ਤੋਂ ਬਾਅਦ ਦਲੀਪ ਕੌਰ ਟਿਵਾਣਾ ਹੀ ਪਸੰਦ ਸੀ। ਪਹਿਲੀ ਉਹਦੀਆਂ ਰਾਈਟਿੰਗ ਵੀ, ਉਹਦਾ ਤੁਰਨਾ ਵੀ, ਉਹਦਾ ਚੁੰਨੀ ਲੈਣਾ ਵੀ, ਉਹਦੀ ਗੱਲਬਾਤ ਵੀ, ਮੈਨੂੰ ਸਭ ਕੁਝ ਪਸੰਦ ਸੀ ਉਹਦਾ। ਪਹਿਲੀ ਮੁਲਾਕਾਤ ਕਿਵੇਂ ਦੀ ਸੀ ਉਹਨਾਂ ਨਾਲ? ਬਹੁਤ ਛੋਟੇ ਸੀ ਤੁਸੀਂ ਉਦੋਂ, ਨਾ? ਨਹੀਂ, ਪਹਿਲੀ ਮੁਲਾਕਾਤ ਤਾਂ ਮੇਰੀ, ਮਤਲਬ ਮੈਂ ਉਹਨਾਂ ਨੂੰ ਜਾਣਦੀ ਸੀ, ਉਹ ਮੈਨੂੰ ਨਹੀਂ ਸੀ ਜਾਣਦੇ। ਮਤਲਬ ਚੌਥੀ 'ਚ ਮੈਂ ਪੜ੍ਹਦੀ ਸੀ ਤਾਂ ਐਫਏ 'ਚ ਪੜ੍ਹਦੇ ਸੀ, ਤਾਂ ਅਸੀਂ ਵਿਕਟੋਰੀਆ 'ਚ ਇਕੱਠੇ ਪੜ੍ਹਦੇ ਸੀਗੇ। ਹਾਂਜੀ। ਅਤੇ ਮੈਂ ਤਾਂ ਉਹਨਾਂ ਨੂੰ ਦੇਖਦੀ ਸੀ ਟਾਂਗੇ 'ਚ ਰੋਜ਼ ਆਉਂਦੀ ਨੂੰ। ਅਤੇ ਦਲੀਪ ਕੌਰ ਟਿਵਾਣਾ ਇਹ ਨਹੀਂ ਪਤਾ ਸੀ ਮੈਨੂੰ, ਦਲੀਪ ਕੌਰ ਟਿਵਾਣਾ ਇਹ ਜਦ ਮੈਨੂੰ ਪਤਾ ਹੀ ਨਹੀਂ ਸੀਗਾ, ਜਦ ਤੱਕ ਮੈਂ ਅਨਪੜ੍ਹ ਸੀ, ਮੈਨੂੰ ਕੁਛ ਨਹੀਂ ਪਤਾ ਸੀਗਾ। ਹਾਂਜੀ। ਅਤੇ ਵੱਡੀ ਹੋ ਕੇ ਮੇਰੇ ਇੱਕ ਬ੍ਰਦਰ ਸੀ, ਜਦੋਂ ਇਹਨਾਂ ਨੂੰ ਡਾਕਟਰੇਟ ਦੀ ਡਿਗਰੀ ਮਿਲੀ ਸੀ ਨਾ, ਹਾਂਜੀ, ਤਾਂ ਮੇਰੇ ਬੱਚੇ ਹੋ ਗਏ ਸੀ, ਮੈਂ ਸ਼ਾਦੀशुदा ਸੀ, ਮੈਂ ਆਈ ਸੀ ਕਿਸੇ ਵਿਆਹ 'ਤੇ, ਤਾਂ ਇਹਨਾਂ ਨੂੰ ਇਹ ਨਾ ਬਾਈ ਚਾਂਸ ਦਿੱਲੀ ਗਏ ਸੀ ਟਿਵਾਣਾ ਮੈਡਮ, ਇਹਨਾਂ ਨੂੰ ਕਿਸੇ ਸਟੂਡੀਓ 'ਚ TV ਦੇ ਪ੍ਰੋਗਰਾਮ ਵਾਸਤੇ, ਇੰਟਰਵਿਊ ਵਾਸਤੇ ਬੁਲਾਇਆ ਸੀਗਾ। ਬਾਈ ਚਾਂਸ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਜਾਂ ਇਹਨਾਂ ਦਾ ਜਵਾਬ ਉੱਥੇ ਪਹੁੰਚਿਆ ਨਹੀਂ ਹੈਗਾ। ਉਹਨਾਂ ਦਿਨਾਂ 'ਚ ਮੇਰੀਆਂ 2-3 ਕਿਤਾਬਾਂ ਛਪ ਚੁੱਕੀਆਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਇਹਨਾਂ ਦੀ ਥਾਂ 'ਤੇ ਮੈਨੂੰ ਢੂੰਡ ਢਾਂਡ ਕੇ ਨਾ ਜਨਕਪੁਰੀ 'ਚੋਂ ਮੈਨੂੰ ਬੁਲਾ ਲਿਆ ਕਿ ਜੀ ਦੁੱਧ ਤੇ ਪੁੱਤ 'ਤੇ ਤੁਹਾਡੀ ਅਸੀਂ ਕਹਾਣੀ ਪੜ੍ਹੀ ਹੈ, ਉੱਤੇ ਡਰਾਮਾ ਕਰਨਾ, ਤੁਸੀਂ ਆ ਕੇ ਪਹਿਲਾਂ ਬੋਲੋ ਕਿਉਂ ਲਿਖੀ ਹੈ ਇਹ ਕਹਾਣੀ। ਹਾਂਜੀ। ਮੈਨੂੰ ਉਹਨਾਂ ਨੇ ਪਹਿਲੀ ਵਾਰ ਬੁਲਾਇਆ ਸੀ ਉਹਦੀ TV 'ਤੇ। ਅੱਛਾ ਜੀ। ਉਸੇ ਵਾਸਤੇ, ਪ੍ਰੋਗਰਾਮ ਵਾਸਤੇ ਇਹਨਾਂ ਨੇ ਟਿਵਾਣਾ ਨੂੰ ਬੁਲਾਇਆ ਸੀ। ਟਿਵਾਣਾ ਪਹੁੰਚੀ ਨਹੀਂ ਹੈਗੀ, ਮੈਨੂੰ ਬੁਲਾ ਲਿਆ। ਮੇਰੀ ਰਿਕਾਰਡਿੰਗ ਹੋ ਰਹੀ ਸੀ ਤਾਂ ਟਿਵਾਣਾ ਆ ਗਈ ਉੱਤੇ। ਅੱਛਾ ਜੀ। ਟਿਵਾਣਾ ਜਦੋਂ ਆ ਗਈ ਰਿਕਾਰਡਿੰਗ, ਹੁਣ ਉਹ ਰੋਕ ਨਹੀਂ ਸੀ ਸਕਦੇ। ਉਹਨੇ ਡਾਇਰੈਕਟਰ ਸੀਗਾ, ਉਹਦਾ ਨਾਮ ਸੀਗਾ, ਪਹਿਲਾ ਡਾਇਰੈਕਟਰ ਸੀ ਉਹ ਇਹਦਾ ਜਲੰਧਰ TV ਦਾ, ਛੋਟਾ ਜਿਹਾ ਨਾਮ ਸੀ, ਅਜੀਤ ਸਕਸੈਨਾ ਪਤਾ ਨਹੀਂ ਕੋਈ। ਉਹਨਾਂ ਨੂੰ ਕਿਹਾ ਟਿਵਾਣਾ ਨੂੰ ਤੁਸੀਂ ਬੈਠ ਜਾਓ, ਮਤਲਬ ਇਹ ਮੈਂ ਗੱਲਬਾਤ ਕਰ ਲਾਂ, ਫਿਰ ਆਪਾਂ ਗੱਲ ਕਰਾਂਗੇ। ਫਿਰ ਟਿਵਾਣਾ ਨੇ ਕਿਹਾ ਨਹੀਂ ਤੁਸੀਂ ਕੰਟੀਨਿਊ ਰੱਖੋ, ਬੈਠ ਗਈ। ਅਤੇ ਫਿਰ ਮੇਰਾ ਉਹ ਸਾਰਾ ਕਰਕੇ ਨਾ, ਫਿਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਤੁਹਾਨੂੰ ਇੰਟਰਵਿਊ ਕਰਦਾ, ਪਰ ਤੁਹਾਡੀ ਇੰਟਰਵਿਊ ਅੱਜੇ ਲੱਗੇਗੀ, ਇਹਨਾਂ ਦੀ ਬਾਅਦ 'ਚ ਲੱਗੇਗੀ। ਤਦ ਮੇਰੀ ਅਤੇ ਇਹਨਾਂ ਦੀ ਮੁਲਾਕਾਤ ਹੋਈ। ਅੱਛਾ, ਉਸੇ ਰਾਤ ਫਿਰ ਇਹਨਾਂ ਨੇ ਅੰਮ੍ਰਿਤਾ ਜੀ ਕੋਲ ਜਾ ਕੇ ਠਹਿਰਦੇ ਸੀ ਟਿਵਾਣਾ ਮੈਡਮ। ਹਾਂਜੀ। ਜਦ ਮੈਂ ਨਹੀਂ ਜਾਣਦੀ ਸੀ ਇਹਨਾਂ ਨੂੰ ਵੀ ਇਹ ਰਾਈਟਰ, ਉਹ ਟਿਵਾਣਾ। ਅਤੇ ਉੱਥੇ ਹੀ ਨਾ ਸਾਡੀ ਗੱਲਬਾਤ ਹੋਈ ਅੰਮ੍ਰਿਤਾ ਬਾਰੇ। ਅਤੇ ਉਹਨਾਂ ਨੂੰ ਪਤਾ ਲੱਗਿਆ ਅੰਮ੍ਰਿਤਾ ਹੈ ਨਹੀਂ ਉੱਥੇ। ਅਤੇ ਫਿਰ ਇਹ ਮੈਨੂੰ ਕਹਿੰਦੇ ਬਚਿੰਤ, ਹੁਣ ਸਾਨੂੰ ਤਾਂ ਪਤਾ ਸੀਗਾ, ਅਸੀਂ ਦੋਨੋਂ ਪਟਿਆਲੇ ਦੀਆਂ, ਵੈਸੇ ਪਤਾ ਲੱਗ ਗਿਆ ਵੀ ਇਹ ਟਿਵਾਣਾ। ਅਤੇ ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਅੰਮ੍ਰਿਤਾ ਕੋਲ ਠਹਿਰਨਾ ਸੀ? ਕਹਿੰਦੇ ਹਾਂ, ਅੱਜ ਅੰਮ੍ਰਿਤਾ ਹੈ ਨਹੀਂ। ਮੈਂ ਕਿਹਾ ਫਿਰ ਤੁਸੀਂ ਮੇਰੇ ਘਰ ਚੱਲੋ। ਕਹਿੰਦੇ ਅੱਛਾ, ਤੇਰਾ ਘਰ ਕਿੱਥੇ ਆ? ਮੈਂ ਕਿਹਾ ਜਨਕਪੁਰੀ। ਕਹਿੰਦੇ ਮੈਨੂੰ ਠੀਕ ਰਹੇਗਾ? ਮੈਂ ਕਿਹਾ ਕਿਉਂ ਨਹੀਂ ਠੀਕ ਰਹੇਗਾ। ਫਿਰ ਇਹ ਮੇਰੇ ਘਰ ਆ ਗਏ। ਹਾਂਜੀ। ਉਸ ਰਾਤ ਫਿਰ ਅਸੀਂ ਸਾਰੀ ਰਾਤ ਦੋਨੋਂ ਗੱਲਾਂ ਕਰਦੇ ਰਹੀਆਂ, ਮੁੱਕੀਆਂ ਹੀ ਨਾ ਸਾਡੀਆਂ ਗੱਲਾਂ। ਹਾਂਜੀ। ਜਿੱਦਾਂ ਅਸੀਂ ਪੁਰਾਣੇ ਜਾਣਦੀਆਂ ਹੁੰਦੀਆਂ। ਅਤੇ ਸਾਡੇ ਰਸਤੇ 'ਚ ਨਾ, ਜਿੱਥੇ ਅਸੀਂ ਵਿਕਟੋਰੀਆ 'ਚ ਪੜ੍ਹਦੇ ਸੀ ਨਾ, ਇੱਕ ਗਲੀ ਆਉਂਦੀ, ਉਹਦੇ 2 ਬੌਨੇ ਰਹਿੰਦੇ ਸੀ, ਜਿਹੜਾ ਕਿ ਮਹਾਰਾਜਾ ਪਟਿਆਲੇ ਦੇ ਦਰਬਾਰ 'ਚ ਜਾਂਦੇ ਹੁੰਦੇ ਸੀ। ਬੌਨੇ ਵਗੈਰਾ ਰੱਖਦੇ ਸੀ ਨਾ ਇਹ ਦਰਬਾਰ 'ਚ। ਅੱਛਾ ਜੀ। ਉਹ 2 ਬੌਨੇ ਜਿਹੜੇ ਸੀ ਨਾ, ਉਹਨਾਂ ਨੂੰ ਮੈਂ ਲੱਸੀ ਦੇਣ ਜਾਂਦੀ ਹੁੰਦੀ ਸੀ। ਉਹ ਗੱਲਾਂ ਕੀਤੀਆਂ, ਜੌੜੀਆਂ ਭੱਠੀਆਂ ਦੀਆਂ ਗੱਲਾਂ ਕੀਤੀਆਂ। ਜੌੜੀਆਂ ਭੱਠੀਆਂ ਦਾ ਇੱਕ ਬੰਦਾ ਸੀ ਇੱਥੇ,
ਜਿਹੜਾ ਮਰਿਆਂ ਨੂੰ ਚੁੱਕ ਕੇ ਲੈ ਜਾਂਦਾ ਸੀ, ਕਿਹੜਾ ਸੀ ਨਾ, ਸੋਸ਼ਲ ਸਰਵਿਸ ਕਰਦਾ ਸੀ ਇੱਕ ਮੰਦਿਰ ਦੇ ਵਿੱਚ। ਅੱਛਾ ਜੀ, ਮੈਨੂੰ ਨਹੀਂ ਇਸ ਬਾਰੇ ਚ ਪਤਾ। ਨਹੀਂ, ਬੜਾ ਮਸ਼ਹੂਰ ਸੀਗਾ ਉਹ, ਮਤਲਬ ਉਹ ਕੋਈ ਲੰਗੜਾ ਲੂਲਾ ਉਹਨੂੰ ਚੁੱਕ ਕੇ ਲੈ ਜਾਂਦਾ ਸੀ। ਭਾਈ ਵੀਰ ਨਹੀਂ, ਭਗਤ ਪੂਰਨ ਸਿੰਘ ਜੀ। ਨਹੀਂ, ਉਹ ਤਾਂ ਮੈਂ ਪਟਿਆਲੇ ਦੀ ਗੱਲ ਕਰ ਰਹੀ ਹਾਂ। ਭਾਈ ਵੀਰ ਸਿੰਘ ਦਾ ਵੀਰ ਲੱਗਦਾ ਉਹਦੇ ਨਾਲ ਕੁਝ, ਉਹਦੀਆਂ ਗੱਲਾਂ ਕਰਦੇ ਰਹੀ। ਫਿਰ ਸਾਰੀ ਰਾਤ ਸਾਡੀਆਂ ਗੱਲਾਂ ਹੀ ਨਾ ਮੁੱਕੀਆਂ। ਫਿਰ ਮੇਰੇ ਹਸਬੈਂਡ ਨੇ ਖੰਗੂਰਾ ਮਾਰਿਆ ਦੂਸਰੇ ਕਮਰੇ 'ਚ, ਹੁਣ ਤੂੰ ਗੱਪਾਂ ਨਹੀਂ, ਗੱਲਾਂ ਕੀ, ਮੈਂ ਆਪਣੀ ਤਾਰੀਫ ਕਰਦੀ ਰਹੀ ਫਜ਼ੂਲ ਦੀ। ਜਿੱਦਾਂ ਟਿਵਾਣਾ ਤੋਂ ਮੈਂ ਵੱਡੀ ਹੁੰਦੀ ਆ। ਅੱਛਾ। ਬੰਦੇ ਨੂੰ ਐਂ ਲੱਗਦਾ ਨਾ ਮੈਂ ਪਤਾ ਨਹੀਂ ਕੀ ਤੋਪ ਆ, ਕੁਛ ਨਹੀਂ ਹੁੰਦਾ ਬੰਦਾ। ਤੇ ਮੇਰੇ ਹਸਬੈਂਡ ਨੂੰ ਬੁਰਾ ਲੱਗਿਆ ਨਾ, ਉਹਨਾਂ ਨੇ ਖੰਗੂਰਾ ਮਾਰ ਕੇ ਰੋਕਿਆ ਵੀ ਤੂੰ ਬੰਦ ਕਰ ਆਪਣਾ ਲੈਕਚਰ। ਅੱਛਾ। ਫਿਰ 4:15 ਵਜੇ ਅਸੀਂ ਸੁੱਤੀਆਂ। ਫਿਰ ਅਸੀਂ ਦੋਨਾਂ ਨੇ, ਮੇਰੇ ਭਤੀਜੇ ਦਾ ਵਿਆਹ ਸੀ, ਫਿਰ ਅਸੀਂ ਇਕੱਠੀਆਂ ਆਈਆਂ ਪਟਿਆਲੇ। ਰਸਤੇ 'ਚ ਨਾ ਅਸੀਂ ਇੱਕ ਬੱਸ ਵਿੱਚ ਆਈਆਂ ਸੀਗੀਆਂ। ਬੱਸ 'ਚੋਂ ਪਤਾ ਨਹੀਂ ਅਸੀਂ ਕਿੱਥੇ ਕਰਨਾਲ ਕੇ ਉਤਰ ਕੇ ਨਾ ਚਾਹ ਚੁ ਪੀਣ ਲੱਗ ਗਈਆਂ। ਕਹਿੰਦੀ ਵੀ ਜੇ ਕੋਈ ਆਪਣਾ ਨਾ ਸਮਾਨ ਲੈ ਗਿਆ ਚੱਕ ਕੇ, ਕਹਿੰਦੀ ਫਿਰ ਆਪਾਂ ਨੂੰ ਨਾ ਕਹਾਣੀ ਲਿਖਣੀ ਪੈ ਜੂਗੀ। ਮੈਂ ਕਿਹਾ ਹਾਂ, ਫਿਰ ਆਪਾਂ ਸਮਾਨ ਦੇ ਕੋਲ ਹੀ ਚੱਲਦੇ ਹਾਂ। ਕਹਿੰਦੀ ਨਹੀਂ, ਹੁਣ ਆਪਾਂ ਸਮਾਨ ਦੇ ਕੋਲ ਕਿਵੇਂ ਜਾਈਏ, ਉਹ ਸਮਾਨ ਮਤਲਬ ਚਾਹ ਤਾਂ ਪੀਣੀ ਆਪਾਂ। ਫਿਰ ਕਹਿੰਦੇ ਅੱਛਾ ਦੇਖੀ ਜਾਊਗੀ, ਜੇ ਚੱਕ ਕੇ ਲੈ ਗਿਆ ਫਿਰ ਇੱਕ ਤੂੰ ਕਹਾਣੀ ਲਿਖੀ, ਇੱਕ ਮੈਂ ਕਹਾਣੀ ਲਿਖੂੰਗੀ। ਫਿਰ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆ ਗਏ। ਫਿਰ ਇਹ ਰਹਿੰਦੇ ਸੀ ਅਜੀਤ ਨਗਰ, ਅਸੀਂ ਜਿੱਥੇ ਮੈਂ ਵਿਆਹ 'ਤੇ ਜਾਣਾ ਸੀ, ਅਜੀਤ ਨਗਰ। ਇਹ ਲੀਲਾ ਭਵਨ ਰਹਿੰਦੇ ਸੀ ਤਦ। ਅਤੇ ਫਿਰ ਇਹ ਰਾਤ ਨੂੰ ਮੈਨੂੰ ਆਪਣੇ ਅਜੀਤ ਘਰ ਛੱਡ ਕੇ ਫਿਰ ਇਹ ਲੀਲਾ ਭਵਨ ਗਏ। ਅਤੇ ਇਸ ਤਰੀਕੇ ਨਾਲ ਇਹਨਾਂ ਨਾਲ ਮੇਰੀ ਜ਼ਿਆਦਾ ਮੁਲਾਕਾਤ ਹੋਈ। ਫਿਰ ਬਹੁਤ ਨੇੜੇ ਹੋ ਗਏ ਅਸੀਂ। ਅੰਮ੍ਰਿਤਾ ਪ੍ਰੀਤਮ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਸੀ, ਹੈ ਨਾ? ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਤਾਂ ਤੁਸੀਂ ਇੱਕ ਵਾਰੀ ਮੈਨੂੰ ਦੱਸਿਆ ਸੀ ਕਿ ਉਹਨਾਂ ਦੇ ਘਰ ਅੱਗੋਂ ਤੁਸੀਂ ਲੰਘਦੇ ਹੁੰਦੇ ਸੀ ਅਤੇ ਦੇਖਦੇ ਰਹਿੰਦੇ ਹੁੰਦੇ ਸੀ। ਮੇਰਾ ਸਕੂਲ ਉਹਨਾਂ ਦੇ ਘਰ ਦੇ ਸਾਹਮਣੇ ਸੀਗਾ। ਮੈਂ ਜਿੱਥੇ ਪੜ੍ਹਦੀ ਸੀ ਨਾ, ਉੱਥੇ ਇਹਨਾਂ ਦਾ ਘਰ ਸੀ ਕਿਰਾਏ 'ਤੇ। ਜ਼ਿਆਦਾ ਅਮਰੋਜ ਜੀ ਕੋਲੇ ਨਹੀਂ ਆਏ ਸੀ, ਅਮਰੋਜ ਜੀ ਨਹੀਂ ਆਏ ਸੀ ਇਹਨਾਂ ਦੀ ਜ਼ਿੰਦਗੀ 'ਚ ਜਦੋਂ। ਤਾਂ ਮੈਂ ਜ਼ਿਆਦਾ ਇਹ ਚਿੱਠੀਆਂ ਦੇ ਜਵਾਬ ਦਿੰਦੇ ਹੁੰਦੇ ਸੀ, ਖਤਾਂ ਦੇ। ਬੁੱਧਵਾਰ ਦਿਨ ਕਿਹੜੀ ਕੀ ਕਹਿੰਦੇ ਹੁੰਦੇ, ਆਵਾਜ਼ ਦੀ ਦੁਨੀਆ ਵਾਲਿਓ ਤੁਹਾਡੀ ਚਿੱਠੀ ਮਿਲੀ। ਬਹੁਤ ਅੱਛਾ, ਮਤਲਬ ਇਹਨਾਂ ਦਾ ਜਿਹੜਾ ਪ੍ਰੈਜੈਂਟੇਸ਼ਨ ਬਹੁਤ ਵਧੀਆ ਹੁੰਦਾ ਸੀਗਾ। ਇੰਨਾ ਵਧੀਆ ਸੀ ਕਿ ਜਦੋਂ ਇਹ ਖ਼ਤਮ ਕਰਕੇ ਪ੍ਰੋਗਰਾਮ ਬਾਹਰ ਆਉਂਦੇ ਸੀ, ਲੋਕ ਇਹਨਾਂ ਨੂੰ ਦੇਖਣ ਵਾਸਤੇ ਖੜ੍ਹੇ ਹੁੰਦੇ ਸੀ। ਅੱਛਾ। ਸੋਹਣੇ ਵੀ ਬੜੇ ਸੀਗੇ। ਅਤੇ ਇਹ ਉਸ ਵੇਲੇ ਤੋਂ ਹੀ ਮੈਂ ਇਹਨਾਂ ਦਾ ਪ੍ਰਵਾਸ ਸੀ। ਫਿਰ ਇੱਕ ਦਿਨ ਇਹ ਸਬਜ਼ੀ ਖਰੀਦ ਰਹੇ ਸੀ ਆਪਣੇ ਦਰਵਾਜ਼ੇ, ਮੇਰਾ ਸਕੂਲ ਸੀ ਇਹਨਾਂ ਦੇ ਸਾਹਮਣੇ, ਜਦ ਮੈਂ 8ਵੀਂ 'ਚ ਪੜ੍ਹਦੀ ਸੀ। ਅਤੇ ਸਬਜ਼ੀ ਖਰੀਦ ਰਹੇ ਸੀ ਤਾਂ ਇਹਨਾਂ ਨੇ ਸਲੀਵਲੈਸ ਨਾ ਕਮੀਜ਼ ਪਾਈ ਹੋਈ ਸੀ, ਬਲਿਊ ਬੂਟੀਆਂ ਵਾਲੀ, ਅਤੇ ਜਾਲੀ ਦੀ ਚੁੰਨੀ ਲਈ ਹੋਈ ਸੀ, ਚਿੱਟੀ ਸਲਵਾਰ। ਅੱਜ ਵੀ ਯਾਦ ਆ ਤੁਹਾਨੂੰ? ਅੱਜ ਵੀ ਪੋਨੀ ਟੇਲ ਕੀਤੀ ਹੋਈ ਸੀ, ਬਾਲ ਜਦੋਂ ਵੀ ਕੱਟੇ ਹੋਏ ਸੀ। ਅਤੇ ਮੈਂ 3-4 ਚੱਕਰ ਆਲੇ ਦੁਆਲੇ ਕੱਟੇ ਉਹਨਾਂ ਨੇ ਦੇਖਣ ਵਾਸਤੇ, ਮੈਂ ਅਤੇ ਮੇਰੀ ਨਣਦ ਨੇ। ਫਿਰ ਇਹਨਾਂ ਨੇ ਸਬਜ਼ੀ ਖਰੀਦੀ, ਥੈਲੇ 'ਚ ਪਾਈ, ਚਲੇ ਵੀ ਗਏ। ਫਿਰ ਵੀ ਨਣਦ ਕਹਿੰਦੀ ਉਹ ਭਾਬੀ ਜੀ ਉਹ ਤਾਂ ਚਲੇ ਵੀ ਗਏ, ਤੁਸੀਂ ਹੁਣ ਹਟੋ ਵੀ ਇੱਥੋਂ ਪਰਾਂ। ਫਿਰ ਅਸੀਂ ਗਏ ਆਪਣੇ ਘਰ, ਦੋਨੋਂ ਜਣੀਆਂ। ਮੈਂ ਇਕੱਠੀਆਂ ਪੜ੍ਹਦੀਆਂ ਸੀ ਮੈਂ ਅਤੇ ਅੰਮ੍ਰਿਤਾ ਦੀ ਮੈਂ ਇੰਨੀ ਦੀਵਾਨੀ ਸੀਗੀ। ਫਿਰ ਮੁਲਾਕਾਤ ਕਿਵੇਂ ਹੋਈ ਉਹਨਾਂ ਨਾਲ ਤੁਹਾਡੀ ਬਾਅਦ 'ਚੋਂ? ਬਾਅਦ 'ਚ ਤਾਂ ਮੈਂ ਜਦੋਂ ਸਟੂਡੈਂਟ ਸੀ ਨਾ, ਉਸ ਤੋਂ ਬਾਅਦ ਉਹ ਸਕੂਲ ਵਾਲੀ ਮੁਲਾਕਾਤ ਤੋਂ ਬਾਅਦ ਤਾਂ ਫਿਰ ਬਹੁਤ ਸਾਰਾ ਪੀਰੀਅਡ ਇਹੋ ਜਿਹਾ ਹੋ ਗਿਆ ਕਿ ਨਾ ਮੈਂ ਅੰਮ੍ਰਿਤਾ ਨੂੰ ਜਾਣਦੀ ਸੀ, ਨਾ ਉਹਨਾਂ ਨੂੰ ਜਾਣਦੀ, ਮੈਂ ਆਪਣੇ ਆਪ ਨੂੰ ਜਾਣਦੀ ਸੀ। MA ਮੈਂ ਪੜ੍ਹਦੀ ਸੀ। ਮੇਰੇ ਜਿਹੜੇ ਮੈਨੂੰ ਪੜ੍ਹਾਉਂਦੇ ਸੀ ਉਹਦੇ 'ਚ ਡਾਕਟਰ ਹਰਭਜਨ ਸਿੰਘ, ਡਾਕਟਰ ਬੰਜਾਰਾ ਵਿਧੀ, ਡਾਕਟਰ ਦਲੀਪ, ਉਹ ਮਹਿੰਦਰ ਕੌਰ ਗਿੱਲ, ਡਾਕਟਰ ਕੀ ਕਹਿੰਦੇ ਨੇ ਆਤਮਜੀਤ ਸਿੰਘ ਸੀਗੇ, ਡਾਕਟਰ ਚਾਵਲਾ, ਇਹ ਸਭ ਮੈਨੂੰ ਪੜ੍ਹਾਉਂਦੇ ਸੀ, ਸਭ ਮੇਰੇ ਟੀਚਰ ਸੀਗੇ। ਅਤੇ ਜਿਹੜੇ ਡਾਕਟਰ ਬੰਜਾਰਾ ਵਿਧੀ ਸੀ ਨਾ, ਇਹਨਾਂ ਦੀ ਅੰਮ੍ਰਿਤਾ ਜੀ ਨਾਲ, ਉਹਨਾਂ ਨੇ ਇਨਸਾਈਕਲੋਪੀਡੀਆ ਲਿਖਿਆ ਸੀ, ਤੁਹਾਨੂੰ ਯਾਦ ਹੋਏਗਾ। ਉਹਨਾਂ ਨੇ ਜਿਹੜਾ ਸਾਈਕਲੋਪੀਡੀਆ ਲਿਖਿਆ ਉਸ ਵਰਗਾ ਕਿਸੇ ਨੇ ਨਹੀਂ ਲਿਖਿਆ ਪੰਜਾਬੀ 'ਚ। ਅਤੇ ਉਹ ਅੰਮ੍ਰਿਤਾ ਜੀ ਨਾਲ ਜਾ ਕੇ ਸਲਾਹ ਕਰਦੇ ਹੁੰਦੇ ਸੀ ਇਨਸਾਈਕਲੋਪੀਡੀਆ ਬਾਰੇ। ਅੰਮ੍ਰਿਤਾ ਜੀ ਵੀ ਬਹੁਤ ਨੇੜੇ ਸੀਗੇ, ਉਹ ਮਤਲਬ ਉਹ ਡਾਕਟਰ ਬੰਜਾਰਾ ਵਿਧੀ। ਅਤੇ ਮੈਂ ਉਹਨਾਂ ਦੀ ਸਟੂਡੈਂਟ ਸੀ, ਅਤੇ ਮੈਂ ਵੀ ਅੰਮ੍ਰਿਤਾ ਨੂੰ ਬਹੁਤ ਲਾਈਕ ਕਰਦੀ ਸੀ।
ਤੇ ਉਹ ਉਹਨਾਂ ਦੀ ਐਸੋਸੀਏਸ਼ਨ ਮੇਰੇ ਨਾਲ ਐਜ਼ ਏ ਸਟੂਡੈਂਟ ਤੇ ਟੀਚਰ ਬਹੁਤ ਸੀਗੀ। ਹਾਂਜੀ ਤੇ ਅਸੀਂ ਜਦੋਂ ਵੀ ਇਹਨਾਂ ਦਾ ਬਰਥਡੇ ਹੁੰਦਾ ਸੀ ਨਾ 31 ਅਗਸਤ ਨੂੰ, ਤੇ ਦੋਨੋਂ ਜਣੇ ਅਸੀਂ ਜਾਂਦੇ ਸੀ ਸੈਲੀਬ੍ਰੇਟ ਕਰਨ, ਪ੍ਰੈਜ਼ੈਂਟ ਵੀ ਲੈ ਕੇ ਜਾਂਦੇ ਸੀ ਅੰਮ੍ਰਿਤਾ ਜੀ ਵਾਸਤੇ। ਤੇ ਉਸ ਤੋਂ ਬਾਅਦ ਹੀ ਮੇਰੀ ਜੀਵਨੀ ਸ਼ੁਰੂ ਹੋਈ ਸੀ ਉੱਥੇ। ਤੇ ਫਿਰ ਉਹਨਾਂ ਨੇ ਪਹਿਲੀ ਮੁਲਾਕਾਤ 'ਚ ਹੀ ਮੈਨੂੰ ਇੰਟਰਵਿਊ ਕੀਤਾ। ਅੱਛਾ ਜੀ ਉਹ 3 ਇੰਟਰਵਿਊ ਮੈਂ ਦਿੱਤੀਆਂ ਹੋਈਆਂ ਨੇ ਉਹਦੇ 'ਚ, ਕਿਤਾਬ ਦੇ ਵਿੱਚ ਜੀ, ਇੱਕ ਲਫ਼ਜ਼ ਮੁਹੱਬਤ ਦਾ। ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਇੰਟਰਵਿਊ ਕੀਤੀ ਆ, ਉਹ ਉਹਨਾਂ ਨੇ ਕਿਹਾ ਇਸ਼ਕ ਮੁਸ਼ਕ ਦੀ ਕੋਈ ਗੱਲ ਹੈ। ਮੈਂ ਕਿਹਾ ਜੀ ਇਸ਼ਕ ਮੁਸਕੇ ਮੁਸਕਾ, ਹਜੇ ਇਸ਼ਕ ਨਹੀਂ ਹੋਇਆ। ਫਿਰ ਉਹਨਾਂ ਨੇ ਦੱਸਿਆ, ਅੱਛਾ ਕਹਿੰਦੇ ਅੱਛਾ ਬਹੁਤ ਥੋੜ੍ਹਾ ਪੀਰੀਅਡ ਆਇਆ ਹਜੇ। ਮੈਂ ਕਿਹਾ ਜੀ ਮੁਸਕੇ ਮੁਸਕਾ ਆਇਆ ਹਜੇ। ਖੈਰ ਫਿਰ ਉਹਨਾਂ ਨੇ ਫਿਰ ਨੈਕਸਟ ਵਿਜ਼ਿਟ 'ਤੇ ਫਿਰ ਉਹਨਾਂ ਨੇ ਮੈਨੂੰ ਵਿਜ਼ਿਟ ਕੀਤਾ। ਉਹਨਾਂ ਨੇ ਦੱਸਿਆ ਨਾ ਵੀ ਇਹ ਸਟੂਡੈਂਟ ਹੈ ਮੇਰੀ। ਹਾਂਜੀ ਫਿਰ ਉਹ ਜਿਹੜੀ ਸੀ ਦੂਸਰੀ ਜਿਹੜੀ ਇੰਟਰਵਿਊ ਸੀ ਨਾ, ਉਹ ਇੱਕ ਵਾਰੀ ਮੈਂ ਆਪਣੀ ਫੈਮਿਲੀ ਨਾਲ ਨਾ, ਮੇਰੇ ਬੱਚੇ ਵੀ ਸਾਰੇ, ਅਸੀਂ ਨਾ ਵਿਦ ਮਾਈ ਹਸਬੈਂਡ ਸ਼ਿਮਲੇ ਗਏ ਸੀ। ਸ਼ਿਮਲੇ ਅਸੀਂ ਘੁੰਮਦੇ ਘੁੰਮਦੇ ਗਏ, ਇੱਕ ਕੁਫਰੀ ਜਗ੍ਹਾ ਹੈਗੀ ਉੱਥੇ। ਹਾਂਜੀ ਉੱਥੇ ਜਦ ਅਸੀਂ ਕੁਫਰੀ 'ਚ ਐਂਟਰ ਕਰਨ ਲੱਗੇ ਤਾਂ ਇੱਕ ਲੇਡੀ ਆਈ, ਬੜੀ ਓਲਡ ਜਿਹੀ, ਮਤਲਬ ਕਾਫੀ ਮਤਲਬ ਪਰੇਸ਼ਾਨ ਦੀ ਹਾਲਤ 'ਚ। ਉਹਨੇ ਰੌਲਾ ਪਾਤਾ, ਇੱਥੋਂ ਨਹੀਂ ਲੰਘ ਸਕਦਾ, ਚੁੰਗੀ ਦੇ ਕੇ ਜਾਓ, ਚੁੰਗੀ ਦੇ ਕੇ ਜਾਓ, ਚੁੰਗੀ ਦੇ ਕੇ ਜਾਓ। ਅਸੀਂ ਟੈਕਸੀ 'ਚ ਜਾ ਰਹੇ ਸੀ। ਉਹ ਡਰਾਈਵਰ ਕਹਿੰਦਾ ਜੀ, ਮੈਂ ਕਿਹਾ ਟੈਕਸੀ ਰੋਕ। ਮੈਂ ਕਿਹਾ ਇਹ ਔਰਤ ਕੌਣ ਹੈ? ਕਹਿੰਦੇ ਜੀ ਐਵੇਂ ਹੀ ਹੈ ਇਹ ਰੋਜ਼ ਇੱਦਾਂ ਹੀ ਕਰਦੀ, ਤੁਸੀਂ ਨਾ ਇਹਦੇ ਨਾਲ ਸਿਰ ਖਪਾਈ ਕਰੋ। ਮੈਂ ਕਿਹਾ ਨਹੀਂ, ਮੈਨੂੰ ਗੱਲ ਕਰਨ ਦਿਓ, ਕਿਉਂ ਇਹ ਕਹਿ ਰਹੀ। ਫਿਰ ਉਹਨੇ ਟੈਕਸੀ ਵਾਲੇ ਨੂੰ ਰੋਕ ਲਿੱਤੀ। ਫਿਰ ਮੈਂ ਉਹਦੇ ਨਾਲ ਗੱਲ ਕੀਤੀ ਬੈਠਾ ਕੇ, ਵੀ ਤੁਸੀਂ ਕੌਣ ਹੋ, ਕਿਉਂ ਚੁੰਗੀ ਮੰਗਦੇ ਹੋ? ਕਹਿੰਦੀ ਜਿਹੜੀ ਕੁਫਰੀ ਹੈ ਨਾ, ਇਹ ਮੇਰੇ ਪੇਰੈਂਟਸ ਦੀ ਜਗ੍ਹਾ ਹੈ, ਮੈਨੂੰ ਰਾਜਾ ਇੱਥੋਂ ਵਿਆਹ ਕੇ ਮਹਾਰਾਜਾ ਪਟਿਆਲਾ ਲੈ ਕੇ ਗਿਆ ਹੋਇਆ। ਅੱਛਾ ਜੀ ਤੇ ਮੈਂ ਇੱਥੋਂ ਦੀ ਧੀ ਹਾਂ। ਹੁਣ ਜਦੋਂ ਇਹ ਆ ਗਿਆ ਨਾ ਹਰਮਿੰਦਰ ਸਿੰਘ, ਤੇ ਇਹਨੇ ਫਿਰ ਸਾਰੀਆਂ ਕਿੰਨੀਆਂ 90 ਰਾਣੀਆਂ ਕੱਢ ਦਿੱਤੀਆਂ ਸੀ, ਉਹਨਾਂ 'ਚੋਂ ਇੱਕ ਸੀ ਉਹ ਜਿਹੜੀ ਲੇਡੀ ਸੀ। ਉਹਨੇ ਕਿਹਾ ਮੈਂ 10ਵੀਂ ਰਾਣੀ ਸੀ। ਫਿਰ ਮੈਨੂੰ ਸਾਰੀ ਦੱਸੀ ਗੱਲ ਕਿ ਮੇਰਾ ਪੁੱਤਰ ਉਦੋਂ 10 ਦਿਨ ਦਾ ਸੀ ਜਦੋਂ ਇਹਨੇ ਸਾਰੀਆਂ ਰਾਣੀਆਂ ਕੱਢੀਆਂ ਸੀਗੀਆਂ। ਤੇ ਮੈਂ ਉਹ ਹਾਂ, ਮੈਂ ਇਸੇ ਲਈ ਚੁੰਗੀ ਮੰਗਦੀ ਹਾਂ। ਅੱਜ ਮੇਰਾ ਇਹ ਹਾਲ ਹੈ। ਹਾਂਜੀ ਫਿਰ ਮੈਂ ਜਾ ਕੇ ਅੰਮ੍ਰਿਤਾ ਜੀ ਨੂੰ ਇਹ ਗੱਲ ਦੱਸੀ। ਫਿਰ ਉਹਨੇ ਫਿਰ ਇੰਟਰਵਿਊ ਕੀਤਾ ਮੈਨੂੰ। ਇਹ ਰਾਣੀਆਂ ਇਹ ਗੋਲੀਆਂ, ਉਹਦਾ ਨਾਂ ਰੱਖਿਆ ਇੰਟਰਵਿਊ ਦਾ। ਅੱਛਾ ਜੀ ਉਹ ਮੇਰੀ ਉਹਦੇ 'ਚ ਹੀ ਹੈ, ਉਹ ਇੱਕ ਲਫ਼ਜ਼ ਮੁਹੱਬਤ ਦਾ। ਫਿਰ ਤੀਜੀ ਵਾਰ ਫਿਰ ਮੈਂ ਗਈ, ਜਦੋਂ ਮੈਂ ਐਮ ਏ ਪਾਸ ਕਰ ਲਈ ਸੀ, ਫਿਰ ਐਮ.ਫਿਲ 'ਚ ਆ ਗਈ ਸੀ। ਫਿਰ ਉਹਨਾਂ ਨੇ ਮੈਨੂੰ ਇੰਟਰਵਿਊ ਕੀਤੀ ਨਾ, ਜਦੋਂ ਪਗਡੰਡੀਆਂ ਛਪ ਚੁੱਕੀ। ਹਾਂਜੀ ਫਿਰ ਉਹਨਾਂ ਨੇ ਇੰਟਰਵਿਊ ਕੀਤੀ ਵੀ ਪਗਡੰਡੀਆਂ ਦਾ ਤੁਹਾਡੇ ਘਰਦਿਆਂ 'ਤੇ ਕੀ ਅਸਰ ਪਿਆ। ਮੈਂ ਕਿਹਾ ਜੀ ਪਹਿਲੀ ਗੱਲ ਹੈ, ਮੇਰੇ ਹਸਬੈਂਡ ਨੂੰ ਤਾਂ ਪੰਜਾਬੀ ਆਉਂਦੀ ਨਹੀਂ, ਉਹਨਾਂ ਦੇ ਨਾ ਬੁਰਾ ਨਾ ਅੱਛਾ ਕੋਈ ਅਸਰ ਨਹੀਂ ਪਿਆ। ਮੇਰੀ ਇੱਕ ਬੇਟੀ ਹੈ, ਉਹਨੂੰ ਮੈਂ ਕੌਨਵੈਂਟ 'ਚ ਪੜ੍ਹਾਇਆ, ਉਹਨੂੰ ਵੀ ਪੰਜਾਬੀ ਆਉਂਦੀ ਨਹੀਂ ਹੈਗੀ। ਲੇਕਿਨ ਉਹ ਆਪਣੇ ਸਹੁਰੇ ਜਾ ਕੇ ਇਹ ਗੱਲ ਕਰਦੀ ਹੈ ਕਿ ਵੀ ਜਦ ਹਿੰਦੀ 'ਚ ਉਹਨੇ ਪੜ੍ਹ ਲਿੱਤੀ ਕਿ ਮੰਮੀ ਮੈਨੂੰ ਨਾ ਸ਼ਰਮ ਮਹਿਸੂਸ ਹੁੰਦੀ ਹੈ, ਇਸ ਕਰਕੇ ਤੁਸੀਂ ਉਹ ਲਵ ਸਟੋਰੀ ਲਿਖੀ ਹੈ। ਕਿਉਂ? ਵੀ ਲਵ ਕਿਉਂ ਕੀਤਾ? ਅੱਛਾ ਜੀ ਕਿ ਫਿਰ ਤੁਹਾਨੂੰ ਲਿਖਣਾ ਨਹੀਂ ਚਾਹੀਦਾ ਸੀ। ਮੈਨੂੰ ਸਹੁਰੇ ਜਾ ਕੇ ਮਹਿਸੂਸ ਹੁੰਦਾ, ਮੈਂ ਇਹ ਕਿਤਾਬ ਤੁਹਾਡੀ ਨਹੀਂ ਰੱਖਦੀ ਆਪਣੇ ਸਹੁਰੇ ਕਦੇ। ਅੱਛਾ ਜੀ ਮੈਂ ਕਿਹਾ ਵੀ ਮੈਂ ਤਾਂ ਸੱਚ ਲਿਖਿਆ, ਹੁਣ ਤੈਨੂੰ ਸਹੁਰਿਆਂ 'ਚ ਖਰਾਬ ਲੱਗਦੀ ਹੈ ਤਾਂ ਲੱਗਦੀ। ਮੈਂ ਇਹ ਸੋਚਿਆ ਵੀ ਨਹੀਂ ਮੈਂ ਕਿਉਂ ਲਿਖਿਆ, ਲਿਖ ਦਿੱਤਾ। ਅੱਛਾ, ਇੱਕ ਮੇਰੀ ਭੈਣ ਇੱਥੇ ਰਹਿੰਦੀ ਹੈ ਪਟਿਆਲੇ, ਛੋਟੀ ਹੈ, ਮੇਰੇ ਵਿਆਹ ਤੋਂ ਬਾਅਦ ਜੰਮੀ ਸੀ ਉਹ। ਹਾਂਜੀ ਉਹਨੇ ਪੜ੍ਹੀ, ਉਹਨੇ ਕਮੈਂਟ ਕੀਤਾ ਜੋ ਅੰਮ੍ਰਿਤਾ ਜੀ ਨੂੰ ਮੈਂ ਦੱਸਿਆ। ਉਹ ਕਹਿੰਦੀ ਭੈਣ ਜੀ ਤੁਹਾਨੂੰ ਇਹ ਕੀ ਲਿਖਣ ਦੀ ਲੋੜ ਸੀਗੀ ਕਿ ਅਸੀਂ, ਮੇਰੀ ਦਾਦੀ ਕੋਰੇ ਵਿਛਾਉਂਦੀ ਸੀ, ਤੁਹਾਨੂੰ ਤਾਂ ਪਤਾ ਵੀ ਨਹੀਂ ਵੈਸੇ ਕੋਰੇ ਕੀ ਚੀਜ਼ ਹੁੰਦੇ। ਨਹੀਂ ਉਹਨੂੰ ਵੀ ਨਹੀਂ ਪਤਾ ਖੁਦ, ਉਹਨੂੰ ਜੇ ਇਹ ਲੱਗਦਾ ਸੀ ਮਜ਼ਦੂਰੀ ਕਰਦੀ ਸੀ ਮੇਰੀ ਦਾਦੀ। ਅਤੇ ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਸਕੀ ਹਾਂ ਵੀ ਕੰਮ ਕੋਈ ਛੋਟਾ ਨਹੀਂ ਹੁੰਦਾ। ਜੇ ਮੈਂ ਕਿਹਾ ਉਹ ਕੰਮ ਕਰਕੇ ਖਾਂਦੀ ਸੀ ਤਾਂ ਆਪਣਾ ਬੁਰਾ ਕੀ ਕਰਦੀ ਸੀ, ਅਤੇ ਤੈਨੂੰ ਕਿਉਂ ਇਹਦੇ 'ਚ ਸ਼ਰਮਿੰਦਗੀ ਹੋਈ, ਜਾਂ ਮੈਨੂੰ ਨਹੀਂ ਹੋਈ ਤੈਨੂੰ ਕਿਉਂ ਹੋਈ? ਕਹਿੰਦੀ ਨਹੀਂ ਤੁਹਾਨੂੰ ਇਹ ਨਹੀਂ ਲਿਖਣਾ ਚਾਹੀਦਾ ਸੀ। ਇਹ ਕਮੈਂਟ ਇੱਕ ਮੇਰੀ ਭੈਣ ਨੇ ਕੀਤਾ, ਇੱਕ ਮੇਰੀ ਧੀ ਨੇ ਕੀਤਾ, ਅਤੇ ਕਹਿੰਦੇ ਹੋਰ ਕਿਸੇ ਨੇ? ਮੈਂ ਕਿਹਾ ਹੋਰ ਮੇਰਾ ਇੱਕ
ਜਵਾਈ ਆ ਉਹ ਮੇਰੇ ਨਾਲ ਹੀ ਕੰਮ ਕਰਦਾ, ਉਹ ਬੜਾ ਹੈਪੀ ਆ, ਉਹ ਬੜਾ ਖੁਸ਼ ਹੈ ਕਿ ਮੇਰੀ ਸੱਸ ਦੀ ਕਿਤਾਬ ਛਪੀ ਹੈ। ਅੱਛਾ ਜੀ। ਤੁਹਾਡੇ ਬੇਟੇ ਦਾ ਕੀ ਰਿਐਕਸ਼ਨ ਸੀਗਾ ਜਦੋਂ ਉਹਨਾਂ ਨੇ ਤਾਂ ਪੜ੍ਹੀ ਸੀ, ਉਹਨਾਂ ਨੇ ਆਪਣੇ ਪਾਪਾ ਨੂੰ ਵੀ ਦੱਸਿਆ ਵੀ ਮੰਮਾ ਨੇ ਤੁਹਾਡੇ ਬਾਰੇ ਇਹ ਉਹ ਫਿਰ ਉਹ ਜੋ ਚਿੱਠੀਆਂ ਬਹੁਤ ਸਾਰੀਆਂ ਗਈਆਂ ਸੀ ਨਾ, ਤਾਂ ਫਿਰ ਉਹ ਚਿੱਠੀ ਉਹਨੇ ਦੱਸਿਆ ਨਾ, ਮੇਰੀ ਪੜੋਸਣ ਨੇ ਬਹੁਤ ਚਿੱਠੀਆਂ ਆਈਆਂ, ਥੈਲਾ ਭਰ ਕੇ ਬੋਰੀ ਭਰ ਕੇ ਮੈਂ ਰੱਖੀ ਹੈ। ਤਾਂ ਮੇਰੇ ਹਸਬੈਂਡ ਬੜੇ ਖੁਸ਼ ਹੋਏ, ਜਦ ਤਾਂ ਅਸੀਂ ਦੋਸਤ ਸੀਗੇ ਚੰਗੇ ਹੋਏ, ਤੇ ਬੜੇ ਖੁਸ਼ ਹੋਏ, ਇੰਨੀਆਂ ਚਿੱਠੀਆਂ ਆਈਆਂ ਤੇਰੀ ਕਿਤਾਬ ਦੀਆਂ, ਇੰਨੀਆਂ? ਮੈਂ ਕਿਹਾ ਹਾਂਜੀ ਇੰਨੀਆਂ ਆਈਆਂ। ਕਹਿੰਦੇ ਅੱਛਾ, ਤਾਂ ਤੇ ਬੜੀ ਕਮਾਲ ਹੋ ਗਿਆ, ਤੇ ਬਹੁਤ ਖੁਸ਼ ਹੋਏ। ਕਹਿੰਦੇ ਇਹ ਤਾਂ ਇੱਕ ਕਿਤਾਬ ਦੀਆਂ ਇੰਨੀਆਂ ਚਿੱਠੀਆਂ? ਮੈਂ ਕਿਹਾ ਜੀ ਹਾਂਜੀ। ਉਹ ਕਹਿੰਦੀ ਹੈ, ਮੈਂ ਕਿਹਾ ਉਹ ਆਸ਼ੂ ਦੀ ਮੰਮੀ ਕਿ ਇੰਨੀਆਂ ਚਿੱਠੀਆਂ ਆਈਆਂ। ਕਹਿੰਦੇ ਅੱਛਾ। ਤਾਂ ਮੇਰਾ ਬੇਟਾ ਵੀ ਉੱਥੇ ਬੈਠੇ, ਮੈਂ ਵੀ ਉੱਥੇ ਬੈਠੀ, ਤਿੰਨੇ ਜਣੇ ਬੈਠੇ ਸੀ, ਉਹ ਗੋਡੀ ਕਰ ਰਹੇ ਸੀ ਫੁੱਲਾਂ ਦੀ, ਇਕੱਠੇ ਬੈਠੇ ਸੀ ਉੱਥੇ USA। ਤਾਂ ਮੇਰੇ ਬੇਟੇ ਨੇ ਕਿਹਾ ਪਾਪਾ ਬੜੇ ਖੁਸ਼ ਹੋ ਰਹੇ ਹੋ, ਪਤਾ ਵੀ ਹੈ ਤੁਹਾਨੂੰ ਮੰਮੀ ਨੇ ਕੀ ਲਿਖਿਆ ਕਿਤਾਬ ਦੇ ਬਾਰੇ, ਬੜੇ ਖੁਸ਼ ਹੋ ਰਹੇ ਹੋ, ਸਾਰਾ ਤੁਹਾਡੇ ਖਿਲਾਫ ਲਿਖੀ ਹੋਈ ਹੈ ਕਿਤਾਬ। ਅੱਛਾ ਜੀ। फिर उन्होंने कहा कोई बात नहीं बेटे, बदनाम हुआ तो क्या हुआ, नाम तो मेरा ही हुआ। ਬਿਲਕੁਲ। ਤੇ ਬਾਅਦ ਚ ਫਿਰ ਸਾਰੇ, ਤੇ ਮੇਰੇ ਬੱਚਿਆਂ ਨੂੰ ਵੀ ਪਤਾ ਹੈ ਉਸ ਘਟਨਾ ਦਾ, ਉਹ ਜਿਹੜੀ ਲਾਸਟ ਘਟਨਾ, ਮੁਹੱਬਤ ਇੱਕ ਹਾਦਸਾ, ਤੇ ਉਹਦੇ ਵਾਸਤੇ ਇਹਨਾਂ ਨੂੰ ਸ਼ਰਮਿੰਦਗੀ ਫੀਲ ਹੁੰਦੀ ਹੈ। ਬਿਲਕੁਲ ਇਹੀ ਸਵਾਲ ਮੈਂ ਪੁੱਛਣਾ ਚਾਹੁੰਦੀ ਸੀ ਵੀ ਵਾਕਈ ਤੁਸੀਂ ਮੁਹੱਬਤ ਕਿਉਂ ਕੀਤੀ? ਤੁਸੀਂ ਇਹ ਕੁਐਸਚਨ ਪੁੱਛਦੇ ਹੋ ਮੁਹੱਬਤ ਕਿਉਂ ਕੀਤੀ? ਮੁਹੱਬਤ ਕੌਣ ਕਰਦਾ? ਮੁਹੱਬਤ ਇਹ ਮੁਸੀਬਤ ਆਪੇ ਆ ਜਾਂਦੀ ਹੈ। ਤੁਸੀਂ ਨਹੀਂ ਕੀਤੀ ਕਿਸੇ ਨਾਲ? ਨਹੀਂ, ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਔਰਤ, ਤੁਹਾਨੂੰ ਨਹੀਂ ਹੋਈ ਕਿਸੇ ਨਾਲ ਮੁਹੱਬਤ? ਹੋ ਸਕਦੀ ਆ ਜ਼ਿੰਦਗੀ 'ਚ, ਹੋ ਸਕਦੀ ਹੋ ਸਕਦੀ ਕੋਈ ਵੀ ਹੋ ਸਕਦੀ ਆ। ਮੈਂ ਨਹੀਂ ਕਹਿੰਦੀ ਕੋਈ ਜਾਣਬੁੱਝ ਕੇ ਥੋੜਾ ਮੁਹੱਬਤ ਕਰਦਾ ਕੋਈ, ਕਿ ਤੂੰ ਮੈਂ ਤੁਹਾਨੂੰ ਕਹਾਂ ਵੀ ਤੂੰ ਮੈਨੂੰ ਮੁਹੱਬਤ ਕਰ, ਤੇ ਐਦਾਂ ਹੋ ਸਕਦਾ? ਨਹੀਂ ਹੁੰਦਾ ਨਾ। ਓਏ ਇਹ ਰੋਗ ਆਪੇ ਹੀ ਲੱਗ ਜਾਂਦਾ। ਇਹ ਜਦ ਲੱਗ ਜਾਂਦੇ ਤਾਂ ਤੁਹਾਨੂੰ ਪਤਾ ਲੱਗਦਾ ਮੈਂ ਬਿਮਾਰ ਹਾਂ, ਪਹਿਲਾਂ ਨਹੀਂ ਪਤਾ ਲੱਗਦਾ। ਮੇਰਾ ਤਜਰਬਾ ਤਾਂ ਇਹੀ ਕਹਿੰਦਾ। ਪਤਾ ਨਹੀਂ ਹੁਣ ਤੁਹਾਨੂੰ ਪਹਿਲਾਂ ਹੋਈ ਹੈ ਕਿ ਬਾਅਦ ਚ ਹੋਈ, ਮੈਨੂੰ ਨਹੀਂ ਪਤਾ। ਤੁਹਾਡੀ ਕਹਾਣੀ ਤੋਂ ਤੁਹਾਨੂੰ ਕੀ ਲੱਗਦਾ ਕਿ ਕੋਈ ਹੋਰ ਔਰਤ ਕੀ ਸਿੱਖ ਸਕਦੀ ਹੈ? ਮੇਰੀ ਕਹਾਣੀ ਤੋਂ ਜਾਂ ਮੇਰੀ ਪਗਡੰਡੀਆਂ ਤੋਂ ਵੀ, ਜਾਂ ਮੇਰੀ ਮੁਹੱਬਤ ਵਾਲੀ ਕਹਾਣੀ ਤੋਂ? ਪਗਡੰਡੀਆਂ ਵੀ ਤੁਹਾਡੀ ਕਹਾਣੀ ਆ, ਕਹੀ ਹੋਈ ਵੀ ਤੁਹਾਡੀ ਕਹਾਣੀ ਆ, ਤੇ ਮੁਹੱਬਤ ਵੀ ਤੁਹਾਡੀ ਕਹਾਣੀ ਆ। ਵੀ ਮੁਹੱਬਤ ਬਾਰੇ ਤਾਂ ਮੈਂ ਤਾਂ ਸਮਝਦੀ ਹਾਂ ਦੁਨੀਆ 'ਚ ਸਭ ਤੋਂ ਵੱਡੀ ਗੱਲ ਪਿਆਰ ਹੈ। ਪਿਆਰ ਹੀ, ਜੇ ਤੁਹਾਡੇ ਕੋਲ ਪਿਆਰ ਹੀ ਨਹੀਂ ਤਾਂ ਤੁਹਾਡੇ ਕੋਲ ਕੀ ਹੈਗਾ? ਕੁਝ ਵੀ ਨਹੀਂ ਹੈਗਾ ਮੇਰੇ ਹਿਸਾਬ ਨਾਲ। ਔਰ ਪਿਆਰ ਕੋਈ ਐਸੀ ਚੀਜ਼ ਨਹੀਂ ਕਿ ਤੁਸੀਂ ਕਿਸੇ ਤੋਂ ਖਿੱਚ ਕੇ ਲੈ ਸਕਦੇ ਹੋ। ਪਿਆਰ ਕੋਈ ਐਸਾ ਨਹੀਂ ਚੀਜ਼ ਕਿ ਤੁਸੀਂ ਮਤਲਬ ਜ਼ਬਰਦਸਤੀ ਕਰ ਸਕਦੇ ਹੋ। ਕਿਸੇ 'ਚ ਕੋਈ ਗੁਣ ਹੁੰਦਾ, ਕਿਸੇ 'ਚ ਕੋਈ ਅਟਰੈਕਸ਼ਨ ਹੁੰਦੀ ਹੈ, ਤਦੇ ਤੁਹਾਨੂੰ ਲਗਾ ਹੁੰਦਾ ਨਾ। ਤੁਹਾਨੂੰ ਘਰ ਬੈਠਿਆਂ ਤਾਂ ਨਹੀਂ, ਜਦ ਤੱਕ ਤੁਸੀਂ ਉਸ ਪਰਸਨੈਲਿਟੀ ਨੂੰ ਮਿਲਦੇ ਨਹੀਂ, ਦੇਖਦੇ ਨਹੀਂ, ਜਦ ਤੱਕ ਤੁਸੀਂ ਉਹਦੇ ਬਾਰੇ ਕੀ ਜਾਣ ਲਓਗੇ? ਘਰ ਬੈਠ ਕੇ ਮੁਹੱਬਤ ਤਾਂ ਨਹੀਂ ਹੁੰਦੀ। ਤਾਂ ਉਸਦੀ ਪਰਸਨੈਲਿਟੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਉਹਦੇ ਗੁਣ ਉਹਦੇ ਪ੍ਰਭਾਵਿਤ ਕਰਦੇ ਨੇ, ਉਹਦੀ ਨੇਚਰ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਉਹਦੇ ਅੱਛਾਈਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ, ਤਦ ਹੀ ਤੁਸੀਂ ਉਹਦੇ ਵੱਲ ਝੁਕਦੇ ਹੋ। ਤੇ ਇਸ ਚੀਜ਼ ਦਾ ਤੁਹਾਡੇ ਹਸਬੈਂਡ ਤੇ ਕੋਈ ਪ੍ਰਭਾਵ ਪਿਆ? ਪਿਆ, ਕਿਉਂ ਨਹੀਂ ਪਿਆ? ਇੱਕ ਚੀਜ਼ ਤੁਹਾਡੀ ਚੀਜ਼ ਹੈ, ਤੁਹਾਡੇ ਕੋਲੋਂ ਕੋਈ ਖੋ ਰਿਹਾ ਤੇ ਫਿਰ ਕਿਹਾ ਜਾ ਮਹਿਸੂਸ ਹੋਏਗਾ। ਇੱਕ ਬੱਚੇ ਤੋਂ ਤੁਸੀਂ ਆਪਣਾ ਖਿਡੌਣਾ ਦੂਸਰਾ ਖੋਹਣ ਲੱਗ ਜਾਏ ਤਾਂ ਦੂਸਰੇ ਬੱਚੇ ਨੂੰ ਗੁੱਸਾ ਤਾਂ ਆਏਗਾ ਜਿਹਦਾ ਖਿਡੌਣਾ। ਤੇ ਇਸ ਕਰਕੇ ਅਗਲੇ ਨੂੰ ਤਾਂ ਗੁੱਸਾ ਆਉਣਾ ਹੀ ਸੀ ਨਾ। ਇਹ ਤਾਂ ਬਟ ਨੈਚੁਰਲ ਥਾ। ਮੈਂ ਇਹਦੇ 'ਚ ਕੋਈ ਉਹਨਾਂ ਦਾ, ਮੈਨੂੰ ਉਹਨਾਂ 'ਤੇ ਵੀ ਕੋਈ ਇਤਰਾਜ਼ ਨਹੀਂ, ਇਸ ਗੱਲ 'ਤੇ ਵੀ ਕੋਈ ਇਤਰਾਜ਼ ਨਹੀਂ, ਮੈਨੂੰ ਉਹਨਾਂ ਦੀ ਕਿਸੇ ਗੱਲ 'ਤੇ ਕੋਈ ਇਤਰਾਜ਼ ਨਹੀਂ। ਮੈਨੂੰ ਲੱਗਦਾ ਵੀ ਜਿਹਦੇ ਨਾਲ ਤੁਸੀਂ ਜ਼ਿੰਦਗੀ ਕੱਢ ਲਈ ਫਿਰ ਵੀ ਕੋਈ ਇਤਰਾਜ਼ ਨਹੀਂ ਹੋਇਆ, ਤਾਂ ਉਹਨੂੰ ਛੱਡ ਕੇ ਮੁਹੱਬਤ ਹੋਣੀ ਇੱਕ ਵਾਕਈ ਅਜੀਬ ਗੱਲ ਆ ਮੇਰੇ ਲਈ। ਲੇਕਿਨ ਉਹ ਜਦ ਉਸ ਤੋਂ ਪਹਿਲਾਂ ਹੋਈ ਸੀ ਮੈਨੂੰ ਮੁਹੱਬਤ, ਜਦ ਅਸੀਂ ਦੋਸਤ ਬਣਿਆ ਉਸ ਤੋਂ ਪਹਿਲਾਂ ਹੋਈ ਸੀ। ਉਸ ਤੋਂ ਬਾਅਦ ਅਸੀਂ ਦੋਸਤ ਬਣੇ, ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ।
ਤੇ ਹੁਣ ਸੈਟੀਸਫਾਈ ਹੋ ਆਪਣੀ ਜ਼ਿੰਦਗੀ ਨੂੰ ਲੈ ਕੇ ਵੀ ਜੋ ਸਭ ਤੋਂ ਮੈਂ ਜੇ ਜ਼ਿੰਦਗੀ ਸੈਟੀਸਫਾਈਡ ਹਾਂ ਤਾਂ ਇਸ ਪੀਰੀਅਡ ਤੋਂ ਹਾਂ ਮੈਂ, ਜਿਹੜਾ ਕਿ ਲੋਕਾਂ ਦੇ ਵਾਸਤੇ ਇਹ ਬਹੁਤ ਹਾਰਡ ਪੀਰੀਅਡ ਹੈ, ਜਿਹੜਾ ਓਲਡ ਏਜ ਹੈ। ਹਾਂਜੀ ਮੈਂ ਸਮਝਦੀ ਹਾਂ ਲੋਕਾਂ ਦੀ ਜਿਹੜੀ ਪਹਿਲੀ ਜ਼ਿੰਦਗੀ ਅੱਛੀ ਬੀਤਦੀ ਹੋਏਗੀ, ਚੰਗੀ ਬੀਤਦੀ ਹੋਏਗੀ, ਲੇਕਿਨ ਬੁਢਾਪਾ ਕੱਟਣਾ ਬਹੁਤ ਔਖਾ ਹੈ, ਹਾਂਜੀ ਜਿੱਥੋਂ ਤੱਕ ਮੈਂ ਦੇਖਦੀ ਹਾਂ। ਲੇਕਿਨ ਮੈਂ ਆਪਣੇ ਆਪ ਨੂੰ ਜਦੋਂ ਰੱਖਦੀ ਹਾਂ ਤਾਂ ਮੈਂ ਸਮਝਦੀ ਹਾਂ ਮੈਂ ਇਸ ਆਪਣੀ ਸਾਰੀ ਜ਼ਿੰਦਗੀ 'ਚ ਆਪਣੇ ਗੋਲਡਨ ਡੇਜ਼ ਅੱਜ ਬਤੀਤ ਕਰ ਰਹੀ ਹਾਂ, ਕਿਉਂਕਿ ਨਾ ਮੈਨੂੰ ਇੱਥੇ ਜਿੱਥੇ ਮੈਂ ਰਹਿ ਰਹੀ ਹਾਂ ਉੱਥੋਂ ਦਾ ਐਟਮੋਸਫੀਅਰ ਬਹੁਤ ਅੱਛਾ, ਉੱਥੇ ਫੈਸਿਲਿਟੀਜ਼ ਬਹੁਤ ਹੈਗੀਆਂ, ਮੈਡੀਕਲ ਫੈਸਿਲਿਟੀਜ਼ ਹੈਗੀਆਂ, ਹੋਰ ਸਾਰੇ ਤਰੀਕੇ ਦੀ ਹੈਗੀਆਂ, ਸਾਫ ਸਫਾਈ ਹੈ, ਸਭ ਕੁਛ ਅਵੇਲੇਬਲ ਹੈ। ਅਤੇ ਮੈਂ ਇਸ ਪੀਰੀਅਡ ਨੂੰ ਸਭ ਤੋਂ ਆਪਣਾ ਜ਼ਿੰਦਗੀ ਦਾ ਵਧੀਆ ਪੀਰੀਅਡ ਸਮਝ ਰਹੀ ਹਾਂ। 1965 ਤੋਂ ਬਾਅਦ ਦਾ ਦੌਰ ਸੀ ਜਿਹੜਾ, ਉਹ ਹੁਣ ਲਿਖ ਰਹੇ ਹੋ ਅੱਗੇ? ਸੈਕਿੰਡ ਪਾਰਟ ਮੈਂ ਪਗਡੰਡੇ ਦਾ ਲਿਖਣ ਦੀ ਕੋਸ਼ਿਸ਼ ਤਾਂ ਕਰ ਰਹੀ ਹਾਂ, ਹਾਂਜੀ ਪਰ ਸੱਚ ਹੈ ਇਹ ਕਿ ਮੇਰੇ ਕੋਲ ਉਹ ਉੱਥੇ ਸਾਧਨ ਨਹੀਂ ਹੈਗੇ, ਡੇਰੇ ਦਾ ਮੈਂ ਕਾਨੂੰਨ ਨਹੀਂ ਤੋੜ ਸਕਦੀ, ਡੇਰੇ ਵਿੱਚ ਬੜੇ ਥੋੜ੍ਹਾ ਐਸਾ। ਜਦੋਂ ਮੈਂ ਦਿੱਲੀ 'ਚ ਰਹਿੰਦੀ ਸੀ ਤਾਂ ਮੈਂ ਟੈਪਿਸਟ ਸੀ, ਮੇਰੇ ਕੋਲ ਸੈਕਟਰੀ ਸੀ, ਮੈਂ ਉਹ ਕਰਾ ਲੈਂਦੀ ਸਾਰਾ ਕੰਮ। ਹੁਣ ਇੱਕ ਵਾਰੀ ਲਿਖ ਕੇ ਮੇਰੇ ਕੋਲ ਦੂਸਰਾ ਵਾਰੀ ਡਰਾਫਟ ਨਹੀਂ ਲਿਆ ਜਾਂਦਾ। ਮੇਰੀ ਇੰਨੀ ਹਿੰਮਤ ਨਹੀਂ ਕਿ ਮੈਂ ਇੱਕ ਵਾਰ ਲਿਖ ਕੇ ਫਿਰ ਦੂਸਰਾ ਉਹਦਾ ਡਰਾਫਟ ਲਵਾਂ। ਦੂਸਰਾ ਲੈਣ ਲੱਗਦੀ ਹਾਂ ਤਾਂ ਕੁਛ ਬਣ ਜਾਂਦਾ ਉਸ ਕਹਾਣੀ ਦਾ, ਹਾਂਜੀ ਫਿਰ ਉੱਥੇ ਰੁਕ ਜਾਂਦੀ। ਇਸ ਕਰਕੇ ਮੇਰਾ ਉਹ ਸੈਕਿੰਡ ਪਾਰਟ ਕੰਪਲੀਟ ਨਹੀਂ ਹੋ ਰਿਹਾ। ਮੈਂ ਟਰਾਈ ਤਾਂ ਕਰ ਰਹੀ ਹਾਂ ਪਰ ਹਜੇ ਹੋਇਆ ਨਹੀਂ, ਹਜੇ ਮੈਨੂੰ ਲੱਗਦਾ ਵੀ ਨਹੀਂ ਕਿ ਹੋ ਜਾਏਗਾ। ਮੈਂ 2-4 ਐਪੀਸੋਡ ਮੈਂ ਲਿਖੇ ਨੇ ਉਹਦੇ। ਲਾਸਟ ਐਪੀਸੋਡ ਮੈਂ ਲਿਖ ਲਿੱਤਾ, ਕਿਉਂ ਡੇਰੇ ਆਈ ਅਤੇ ਕਹੀ ਜਿਹੀ ਮੇਰੀ ਜ਼ਿੰਦਗੀ ਹੈ। ਮੈਂ ਉਹ ਇੱਕ ਗੀਤ ਹੈ ਨਾ ਇੱਕ ਫਿਲਮ ਦਾ, पर्वतों के पेड़ों पर शाम का बसेरा है, सुरमई अंधेरा है, चंपई उजाला है, ਉਹ ਸ਼ਾਮ ਹੈ ਮੇਰੀ ਜ਼ਿੰਦਗੀ ਦੀ। ਮੈਨੂੰ ਲੱਗਦਾ ਗਾਣੇ ਜ਼ਿਆਦਾ ਸੁਣਦੇ ਹੋ ਤਾਂ ਵੀ ਨਹੀਂ ਲਿਖਿਆ ਜਾ ਰਿਹਾ। ਨਹੀਂ, ਓਨਲੀ ਹਾਫ ਐਨ ਆਵਰ, 7 ਤੋਂ 7:30 ਵਜੇ ਮੈਂ ਤੁਹਾਨੂੰ ਆਪਣਾ ਸ਼ਡਿਊਲ ਦੱਸਦੀ ਹਾਂ। ਨੀਅਰ ਅਬਾਊਟ 4 o'clock ਮੈਂ ਸਵੇਰੇ ਜਾਗਦੀ ਹਾਂ। ਅੱਧਾ ਘੰਟਾ ਤਾਂ ਬਰਸ਼ ਕਰਨ ਨੂੰ, ਚਾਹ ਪੀਣ ਨੂੰ ਇੱਧਰ ਉੱਧਰ ਲੱਗ ਜਾਂਦਾ, ਠੀਕ ਹੈ। 4:30 ਤੋਂ ਜਾਂ 5 ਤੋਂ, ਸਮਟਾਈਮਸ 4:30 ਜਾਂ 5 ਵਜੇ ਤੋਂ ਮੈਂ ਸਿਮਰਨ 'ਤੇ ਬੈਠਦੀ ਹਾਂ। ਮਨ ਲੱਗੇ ਨਾ ਲੱਗੇ ਜੋ ਵੀ ਹੈ। ਫਿਰ ਉਸ ਤੋਂ ਬਾਅਦ ਮੈਂ ਥੋੜ੍ਹੀ ਸੈਰ ਕਰਨ ਚਲੀ ਜਾਂਦੀ ਹਾਂ। ਥੋੜ੍ਹੀ ਉਹ ਵਾਕ ਕਰ ਸਕਦੀ ਹਾਂ, ਜ਼ਿਆਦਾ ਨਹੀਂ ਕਰ ਸਕਦੀ। ਉਸ ਤੋਂ ਬਾਅਦ 7 ਕੁ ਵਜੇ ਮੈਂ ਆ ਜਾਂਦੀ ਹਾਂ ਉੱਥੋਂ ਫ੍ਰੀ ਹੋ ਕੇ। ਫਿਰ 7 ਤੋਂ 7:30 ਵਜੇ ਬੀਬਤ ਭਾਰਤੀ ਤੋਂ ਬਹੁਤ ਪੁਰਾਣੇ ਗਾਣੇ ਆਉਂਦੇ, 1940 ਦੇ, 1950 ਦੇ, ਉਹ ਮੈਂ ਸੁਣਦੀ ਹਾਂ। ਨਾਲ ਦੀ ਨਾਲ ਮੈਂ ਯੋਗਾ ਕਰਦੀ ਹਾਂ ਅੱਧੇ ਘੰਟੇ 'ਚ, ਨਾਲ ਦੀ ਨਾਲ ਉਹ ਗਾਣੇ ਸੁਣਦੀ ਹਾਂ। ਬਸ ਅੱਧੇ ਘੰਟੇ ਤੋਂ ਬਾਅਦ ਫਿਰ ਮੈਂ ਨਹਾਉਣ ਚਲੀ ਜਾਂਦੀ ਹਾਂ। 8 ਵਜੇ ਨਾਸ਼ਤਾ ਨੁਸ਼ਤਾ ਲੈ ਕੇ 8:30 ਵਜੇ ਸਾਡਾ ਸਤਸੰਗ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਫਿਰ ਸਾਰੀ ਜ਼ਿੰਦਗੀ ਮੇਰੀ ਸਾਰਾ ਦਿਨ ਇੱਦਾਂ ਹੀ ਬਿਜ਼ੀ ਰਹਿੰਦਾ। ਇਹਦੇ ਵਿੱਚ ਮੈਂ 1 ਘੰਟਾ 1.5 ਘੰਟਾ ਲੇਟਦੀ ਹਾਂ ਦੁਪਹਿਰ ਨੂੰ। 7 ਵਜੇ ਤੱਕ ਮੈਂ ਬਿਜ਼ੀ ਰਹਿੰਦੀ ਹਾਂ ਸ਼ਾਮ ਤੱਕ। ਫਿਰ ਅਸੀਂ ਸ਼ਾਮ ਦੀ ਸੈਰ 'ਤੇ ਚੱਲ ਜਾਂਦੇ ਹਾਂ, ਮੈਂ ਔਰ ਬੇਟੀ। ਫਿਰ ਆ ਕੇ ਫਿਰ ਇਹ ਤਾਂ ਟੀਵੀ ਦੇਖ ਲੈਂਦੀ ਹੈ, ਪਰ ਮੇਰਾ ਕੋਈ ਜ਼ਿਆਦਾ ਟੀਵੀ 'ਚ ਇੰਟਰਸਟ ਨਹੀਂ ਹੁੰਦਾ। ਫਿਰ ਮੈਂ ਸੋ ਜਾਂਦੀ ਹਾਂ, ਫਿਰ ਆਪਣਾ ਜਾਂ ਟੈਲੀਫੋਨ ਨਾਲ ਮੱਥਾ ਮਾਰਦੀ ਰਹਿੰਦੀ ਹਾਂ। ਨਹੀਂ, ਇਸ ਉਮਰ 'ਚ ਆ ਕੇ ਵੀ ਤੁਸੀਂ ਇੰਨੇ ਗ੍ਰੇਸਫੁਲ ਹੋ ਤਾਂ ਇਹ ਚੀਜ਼ ਦੱਸਦੀ ਤਾਂ ਹੈ ਕਿ ਤੁਸੀਂ ਸੰਤੁਸ਼ਟ ਹੋ ਨਾ। ਪਰ ਇਹ ਹੈ ਕਿ ਬਹੁਤ ਸਾਰੇ ਲੋਕ ਉਸ ਕਿਤਾਬ ਜਿਹਦੇ ਹੁਣ ਤੱਕ 15 ਤੋਂ ਜ਼ਿਆਦਾ ਆਡੀਸ਼ਨ ਛਪੇ ਨੇ, ਹੈ ਨਾ, ਤਾਂ ਉਹਦੇ ਅਗਲੇ ਭਾਗ ਨੂੰ ਵੀ ਪੜ੍ਹਨਾ ਚਾਹੁੰਦੇ ਨੇ। ਬਹੁਤ ਹੁਣ ਵੀ ਉਹ ਕਹਿੰਦੇ ਨੇ, ਬਹੁਤ ਚਿੱਠੀਆਂ ਹੁਣ ਵੀ ਆਉਂਦੀਆਂ, ਹੁਣ ਵੀ ਲੋਕ ਫੋਨ ਕਰਦੇ ਨੇ, ਤੁਸੀਂ ਅਗਲਾ ਪਾਰਟ ਲਿਖੋ, ਅਗਲਾ ਪਾਰਟ ਲਿਖੋ। ਇੱਕ ਬੰਦਾ ਤਾਂ ਰੋਜ਼ ਸਵੇਰੇ 7 ਵਜੇ ਫੋਨ ਕਰਦਾ, ਸ਼ੁਰੂ ਕੀਤਾ ਮੈਡਮ ਜੀ, ਤੁਸੀਂ ਸ਼ੁਰੂ ਕੀਤਾ ਮੈਡਮ ਜੀ, ਮੇਰਾ ਨਾਂ ਜ਼ਰੂਰ ਲਿਖਣਾ ਕਿ ਮੈਂ ਰੋਜ਼ 7 ਵਜੇ ਫੋਨ ਕਰਦਾ ਤੁਹਾਨੂੰ। ਮਤਲਬ ਤੁਸੀਂ ਉਹਦੇ 'ਚ ਨਾ ਭੂਮਿਕਾ 'ਚ ਮੇਰਾ ਨਾਂ ਜ਼ਰੂਰ ਲਿਖਣਾ ਕਿ ਮੈਂ ਲਿਖਾ ਰਿਹਾ ਤੁਹਾਨੂੰ। ਪਰ ਉਹ ਕੰਪਲੀਟ ਨਹੀਂ ਹੋ ਰਹੀ, ਮੈਨੂੰ ਨਹੀਂ ਲੱਗਦਾ ਕੰਪਲੀਟ ਹੋਏਗੀ।
ਬਹੁਤ ਸਮਾਂ ਲਿਆ ਤੁਹਾਡਾ ਸੀ ਨੇ, ਪਰ ਮੈਨੂੰ ਲੱਗਦਾ ਹਾਲੇ ਵੀ ਬਹੁਤ ਸਾਰੀਆਂ ਗੱਲਾਂ ਨੇ, ਮੈਨੂੰ ਲੱਗਦਾ ਵੀ ਜਿਹੜੀਆਂ ਕਈ ਘੰਟਿਆਂ 'ਚ ਹੋ ਸਕਦੀਆਂ ਨੇ, ਹਨਾ। ਤੇ ਸਮਾਂ ਸਮਾਂ ਆਪਣੀ ਚਾਲ ਬਹੁਤ ਜਲਦੀ ਤੇ ਚੱਲਦਾ ਹੈ ਨਾ। ਜਾਂਦੇ ਜਾਂਦੇ ਇੱਕ ਗਾਣਾ ਸੁਣਾ ਦਿਓ। ਗਾਣਾ ਕਿਹੜਾ ਸੁਣਾਵਾਂ? ਫੋਕਲੋਰ ਸੁਣਾਵਾਂ ਕਿ ਫਿਲਮੀ ਗਾਣਾ ਸੁਣਾਵਾਂ? ਕਿਹੜਾ ਸੁਣਾਵਾਂ? ਨਹੀਂ, ਜਿਹੜਾ ਮਰਜ਼ੀ ਸੁਣਾ ਦਿਓ। ਮੈਨੂੰ ਲੱਗਦਾ ਵੀ ਜਿਹੜਾ ਵੀ ਬੰਦਾ ਸੁਣੇ ਉਹਨੂੰ ਇਹ ਅਨੁਭਵ ਜ਼ਰੂਰ ਹੋਵੇ ਵੀ ਤੁਸੀਂ ਜਿਸ ਕੁੜੀ ਨੂੰ ਦੇਖ ਰਹੇ ਹੋ ਨਾ, ਚਿੱਟੇ ਬੇਸ਼ੱਕ ਚਿੱਟੇ ਵਾਲ ਨੇ, ਪਰ ਦਿਲ ਕਾਲਾ ਹੈਗਾ। ਨਹੀਂ, ਦਿਲ ਕਾਲਾ, ਮੈਨੂੰ ਲੱਗਦਾ ਕਿ ਅੰਦਰੋਂ ਇੱਕ ਇਹੋ ਜਿਹੀ ਕੁੜੀ ਆ 15 ਸਾਲ ਦੀ ਜਿਹੜੀ ਸੁਪਨਿਆਂ 'ਚ ਵੀ ਤੇ ਹਕੀਕਤ 'ਚ ਵੀ ਪਟਿਆਲੇ ਘੁੰਮਦੀ ਰਹਿੰਦੀ ਮੈਂ ਸੱਸੀ ਦੇ 2 ਬੰਦ ਸੁਣਾਉਣੀਆਂ, ਮੈਨੂੰ ਯਾਦ ਤਾਂ ਨਹੀਂ ਹੈਗੇ, ਵਿੱਚੋਂ ਉਗੜ ਦੁਗੜ ਹੋ ਜਾਣ ਬੇਸ਼ੱਕ। ਹਾਂਜੀ। ਨਾ ਤਾਂ ਮੇਰੇ ਕੋਲ ਆਵਾਜ਼ ਹੈ, ਨਾ ਮੇਰੇ ਕੋਲ ਟੈਲੈਂਟ ਹੈ, ਕੁਝ ਵੀ ਨਹੀਂ ਹੈਗਾ। ਹੋ ਸਕਦਾ ਭੁੱਲ ਵੀ ਜਾਵਾਂ, ਪਰ ਮੈਂ ਟਰਾਈ ਕਰਦੀ ਹਾਂ। ਸੱਸੀ ਪੁੰਨੂ। ਹਾਂਜੀ। ਸੱਸੀ ਪੁੰਨੂ 2 ਜਣੇ ਵੇ, ਕੋਈ ਮੁਖ ਤੇ ਜਰਦ ਰੁਮਾਲ ਵੇ। ਆਵਾਜ਼ ਤੇ ਹੈ ਨਹੀਂ। ਉੱਠ ਨੀ ਮਾਏ ਸੁੱਤੀ ਨੀ, ਤੂੰ ਦੇਖਤੀਆਂ ਦੇ ਲੇਖ ਨੀ, ਸੇਜਾਂ ਵਿਛੀਆਂ ਰਹਿ ਗਈਆਂ, ਕੋਈ ਕੀਲੀ ਟੰਗੇ ਰੁਮਾਲ ਨੀ, ਹੈ ਵੇ ਪੁੰਨੂ ਜ਼ਾਲਮਾ ਦਿਲਾਂ ਦਿਆ ਮਹਿਰਮਾ, ਸੁੱਤੀ ਨੂੰ ਛੋੜ ਕੇ ਨ ਜਾਣਾ ਈ ਓਏ। ਬਸ, ਥੈਂਕ ਯੂ। ਯਾਦ ਤਾਂ ਹੈ ਪਰ ਆਵਾਜ਼ ਨਹੀਂ ਚੱਲਦੀ। ਬਹੁਤ ਸੋਹਣਾ ਸੀਗਾ। ਸੋਹਣਾ ਤਾਂ ਐਸਾ ਹੀ ਸੀ। ਨਹੀਂ, ਵਾਕਈ ਬਹੁਤ ਸੋਹਣਾ ਸੀ। ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਤੁਹਾਨੂੰ ਸ਼ੁਕਰੀਆ ਕਹਾਂ ਜਾਂ ਫਿਰ ਇਹ ਕਹਾਂ ਕਿ ਕਿਤਾਬ ਅਗਲੀ ਜ਼ਰੂਰ ਲਿਖੋ। ਬਹੁਤ ਸਾਰੇ ਲੋਕ ਪੜ੍ਹਨਾ ਚਾਹੁੰਦੇ ਨੇ, ਹੈ ਨਾ। ਤੁਹਾਡੇ ਬਹੁਤ ਸਾਰੇ ਪਾਠਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਐਵੇਂ ਦੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੀ ਉਡੀਕ ਬਹੁਤ ਸਾਲ ਰਹਿੰਦੀ ਹੈ ਅਤੇ ਉਹ ਜ਼ਰੂਰ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ। ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਤੁਸੀਂ ਮੈਨੂੰ ਇਹ ਇੰਸਪਾਇਰ ਕਰ ਰਹੇ ਹੋ ਕਿ ਮੈਂ ਲਿਖਾਂ ਦੂਸਰਾ ਐਡੀਸ਼ਨ ਉਹਦਾ। ਵੈਸੇ ਕੋਸ਼ਿਸ਼ ਹੈ ਮੇਰੀ, ਮੈਂ ਪ੍ਰੋਮਿਸ ਨਹੀਂ ਕਰਦੀ। ਕਿਉਂਕਿ ਬਹੁਤ ਲੋਕਾਂ ਨਾਲ ਮੈਂ ਕਰ ਚੁੱਕੀ ਹਾਂ, ਪਰ ਪ੍ਰੋਮਿਸ ਪੂਰਾ ਨਹੀਂ ਹੋ ਰਿਹਾ, ਇਸ ਕਰਕੇ ਕੋਸ਼ਿਸ਼ ਜਾਰੀ ਹੈ। ਇਹ ਸਨ ਬਚਿੰਤ ਕੌਰ, ਕਹਾਣੀਕਾਰ, ਅਤੇ ਇਹਨਾਂ ਦੀ ਸਵੈ ਜੀਵਨੀ ਬਾਰੇ ਮੈਂ ਤੁਹਾਨੂੰ ਦੱਸਿਆ ਹੀ ਆ। ਬਹੁਤ ਸਾਰੇ ਸਨਮਾਨ ਇਹਨਾਂ ਨੂੰ ਜ਼ਿੰਦਗੀ 'ਚ ਮਿਲੇ ਨੇ, ਪਰ ਸਭ ਤੋਂ ਵੱਡਾ ਸਨਮਾਨ ਇਹੀ ਹੈ ਕਿ ਇਹਨਾਂ ਦੀ ਕਿਤਾਬ ਬਹੁਤ ਲੋਕਾਂ ਲਈ ਹੌਸਲਾ। ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕਿਤਾਬ ਤੋਹਫਿਆਂ ਦੇ ਰੂਪ ਵਿੱਚ ਲੋਕਾਂ ਨੂੰ ਦਿੰਦੇ ਨੇ, ਅਤੇ 1965 ਤੱਕ ਦੀ ਕਹਾਣੀ ਆ ਉਸ ਕਿਤਾਬ ਦੇ ਵਿੱਚ। ਮੈਂ ਅਰਜ਼ ਕਰਦੀ ਹਾਂ ਕਿ ਤੁਸੀਂ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੋ, ਪਰ ਫਿਰ ਵੀ ਉਹ ਕਿਤਾਬ ਬਹੁਤ ਖੂਬਸੂਰਤ ਆ, ਉਹਨੂੰ ਜ਼ਰੂਰ ਪੜ੍ਹੋ। ਅਤੇ ਉਸ ਤੋਂ ਬਾਅਦ ਜਿਵੇਂ ਇਹਨਾਂ ਨੇ ਕਿਹਾ ਕਿ 1965 ਤੋਂ ਬਾਅਦ ਇਹ ਕੋਸ਼ਿਸ਼ ਕਰ ਰਹੇ ਨੇ ਕਿ ਉਸ ਕਿਤਾਬ ਨੂੰ ਲਿਖਣ। ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ, ਕਿੰਨੇ ਕੁ ਹੁਨਰ ਇਹਨਾਂ 'ਚ ਨੇ। ਬਹੁਤ ਸਾਰੀਆਂ ਨੌਕਰੀਆਂ ਉਹਨਾਂ ਨੇ ਕੀਤੀਆਂ, ਅਤੇ ਅੱਜ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਚਿਹਰਾ ਦੱਸਦਾ ਕਿ ਕਿਸ ਜਿੰਦਾ ਦਿਲੀ ਨਾਲ ਉਹ ਜ਼ਿੰਦਗੀ ਨੂੰ ਲੰਘਾ ਰਹੇ ਨੇ। ਸਾਰਿਆਂ ਨੂੰ ਹੀ ਇਸ ਤਰੀਕੇ ਨਾਲ ਸੋਚਣਾ ਚਾਹੀਦਾ, ਅਤੇ ਇਹੋ ਜਿਹੇ ਲੇਖਕ ਨੇ ਜਿਹੜੇ ਉਹਨਾਂ ਲਈ ਹਰ ਇੱਕ ਦਾ ਸਨਮਾਨ ਨਾਲ ਸਿਰ ਝੁਕਦਾ ਹੈ, ਕਿਉਂਕਿ ਬਹੁਤ ਸਾਰੇ ਤਜਰਬੇ ਹੁੰਦੇ ਨੇ ਉਹਨਾਂ ਕੋਲ ਆਪਣੀ ਜ਼ਿੰਦਗੀ ਦੇ, ਜਿਹੜੇ ਉਹ ਜਦੋਂ ਦੂਜਿਆਂ ਨਾਲ ਸਾਂਝੇ ਕਰਦੇ ਨੇ ਤਾਂ ਲੱਗਦਾ ਹੁੰਦਾ ਕਿ ਹੋਰ ਸੁਣੀਏ। ਤਾਂ ਮੈਨੂੰ ਵੀ ਇੰਨੇ ਘੰਟਿਆਂ ਦੇ ਵਿੱਚ ਇਹੀ ਲੱਗਿਆ ਸੀ ਕਿ ਸ਼ਾਇਦ ਮੈਂ ਅਜੇ ਹੋਰ ਸੁਣ ਸਕਦੀ ਹਾਂ। ਅਤੇ ਜੇ ਇਹਨਾਂ ਦੀ ਜ਼ਿੰਦਗੀ ਬਾਰੇ ਇਸ ਤੋਂ ਜ਼ਿਆਦਾ ਜਾਣਨਾ ਚਾਹੁੰਦੇ ਹੋ ਤਾਂ ਪਗਡੰਡੀਆਂ ਜ਼ਰੂਰ ਪੜ੍ਹਿਓ। ਅਤੇ ਦਸਤਕ ਪ੍ਰੋਗਰਾਮ ਸਾਡਾ ਬਹੁਤ ਛੋਟਾ ਹੈ ਇੰਨੀਆਂ ਵੱਡੀਆਂ ਸ਼ਖਸੀਅਤਾਂ ਨੂੰ ਜਾਣਨ ਲਈ, ਪਰ ਉਮੀਦ ਕਰਦੇ ਹਾਂ ਕਿ ਫਿਰ ਤੋਂ ਇੱਕ ਵਾਰ ਇਹਨਾਂ ਨਾਲ ਰਾਬਤਾ ਹੋਏਗਾ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ। ਮੈਂ ਰੁਪਿੰਦਰ ਸੰਧੂ ਇਜਾਜ਼ਤ ਲੈਂਦੀ ਹਾਂ। ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ। ਸਤਿ ਸ਼੍ਰੀ ਅਕਾਲ।